ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਮੋٹے-ਮੋٹے ਤੱਥ ਪਹਿਲਾਂ ਸਮਝ ਲਈਏ। ਇੱਕ ਲੰਬੇ ਸਮੇਂ ਤੋਂ ਸ਼ਿਕਾਇਤ ਰਹੀ ਹੈ ਕਿ ਪੰਜਾਬ ਵਿੱਚ ਇੰਡਸਟਰੀ ਨਹੀਂ, ਉਦਯੋਗ ਨਹੀਂ ਹਨ, ਨੌਕਰੀਆਂ ਨਹੀਂ ਮਿਲਦੀਆਂ। ਇਹ ਸ਼ਿਕਾਇਤ ਵੀ ਰਹੀ ਹੈ ਕਿ ਪਿੰਡਾਂ ਵਿੱਚ ਰੋਜ਼ਗਾਰ ਨਹੀਂ ਮਿਲਦਾ, ਪਿੰਡ ਤੋਂ ਸ਼ਹਿਰ ਨੂੰ ਪਲਾਇਨ ਜਾਰੀ ਹੈ। ਸ਼ਹਿਰਾਂ ਵਿੱਚ ਵੀ ਤਾਂ ਨੌਕਰੀ ਲਈ ਟੱਕਰਾਂ ਮਾਰਨੀਆਂ ਪੈਂਦੀਆਂ ਨੇ। ਹੁਣ ਸਰਕਾਰ ਜੀ ਨੇ ਉਪਰਾਲਾ ਕੀਤਾ, ਪੰਜਾਬ ਦੇ ਪਿੰਡ ਵਿੱਚ ਉਦਯੋਗ ਲਾ ਦੇਣੇ ਨੇ। ਸਮਝ ਲਵੋ, ਹਰ ਪਿੰਡ ਵਿੱਚ ਸ਼ਾਮਲਾਟ ਜ਼ਮੀਨ ਹੁੰਦੀ ਹੈ। ਪਿੰਡਾਂ ਵਾਲਿਆਂ ਤੇ ਪੇਂਡੂ ਪਿੱਠ ਭੂਮੀ ਵਾਲੇ ਮੇਰੇ ਦਰਸ਼ਕਾਂ ਨੂੰ ਪਤਾ ਹੈ ਕਿ ਸ਼ਾਮਲਾਟ ਜ਼ਮੀਨ ਕੀ ਹੁੰਦੀ ਹੈ, ਪਰ ਜਿਹੜੇ ਪੱਕੇ ਮਾਡਰਨ ਸ਼ਹਿਰੀ ਨੇ ਮੇਰੇ ਵਰਗੇ, ਉਹ ਜ਼ਰਾ ਸਮਝ ਲੈਣ। ਸ਼ਾਮਲਾਟ ਜ਼ਮੀਨ ਮਤਲਬ ਪਿੰਡ ਦੀ ਸਾਂਝੀ ਜ਼ਮੀਨ। ਇਸ ਦਾ ਮਾਲਕ ਸਾਰਾ ਪਿੰਡ ਹੀ ਸਮਝ ਲਵੋ, ਇੰਚਾਰਜ ਇਹਦੀ ਪੰਚਾਇਤ ਹੁੰਦੀ ਹੈ। ਸ਼ਾਮਲਾਟ ਜ਼ਮੀਨ ਕਾਮਨ ਲੈਂਡ ਵਿੱਚ, ਇਹਦੇ 'ਚ ਕੋਈ ਟੋਬਾ ਛੱਪੜ ਵੀ ਹੋ ਸਕਦਾ ਹੈ, ਕਿਤੇ ਪਿੰਡ ਦੀ ਸਾਂਝੀ ਜ਼ਮੀਨ ਵਾਹੀਯੋਗ ਵੀ ਹੁੰਦੀ ਹੈ। ਇਹ ਠੇਕੇ 'ਤੇ ਦਿੱਤੀ ਜਾਂਦੀ ਹੈ। ਇਹਦੇ ਵਿੱਚੋਂ ਪੰਚਾਇਤ ਪੈਸੇ ਕਮਾਉਂਦੀ ਹੈ, ਪਿੰਡ ਦੇ ਵਿਕਾਸ ਕਾਰਜ ਚਲਾਉਂਦੀ ਹੈ। ਹੁਣ ਖੇਤੀ ਕਿੰਨਾ ਕੁ ਲਾਹੇਵੰਦ ਧੰਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ। ਸੋ ਸਰਕਾਰ ਮੇਰੀ ਮੋਤੀਆਂ ਵਾਲੀ ਨੇ ਸੋਚਿਆ ਭਈ ਆਪਾਂ ਪਿੰਡ ਵਾਲਿਆਂ ਦਾ ਕੋਈ ਵੱਡਾ ਫਾਇਦਾ ਕਰੀਏ। ਸੋ ਹੁਣ ਸਰਕਾਰ ਪੰਜਾਬ ਦੇ ਪਿੰਡ ਵਿੱਚ ਉਦਯੋਗ ਲਾਉਣ ਦੀ ਤਿਆਰੀ ਕਰ ਰਹੀ ਹੈ। ਸਕੀਮ ਇਹ ਹੈ ਕਿ ਪੰਚਾਇਤਾਂ ਦੀ ਜ਼ਮੀਨ, ਪਿੰਡ ਦੀ ਸਾਂਝੀ ਜ਼ਮੀਨ ਸਰਕਾਰ ਉਦਯੋਗਪਤੀਆਂ ਨੂੰ ਵੇਚੇਗੀ। ਉਹ ਪੈਸੇ ਪਿੰਡ ਦੀ ਪੰਚਾਇਤ ਨੂੰ ਮਿਲਣਗੇ। ਫਿਰ ਉੱਥੇ ਕਾਰਖਾਨੇ ਲੱਗਣਗੇ ਜਾਂ ਜੋ ਵੀ ਉਦਯੋਗ ਕੋਈ ਖੋਲ੍ਹੇ, ਭਾਵੇਂ ਕਾਲ ਸੈਂਟਰ ਹੋਵੇ, ਮੈਨੂਫੈਕਚਰਿੰਗ ਔਰ ਸਰਵਿਸ ਇੰਡਸਟਰੀ ਵਿਚ ਐਵਰ। ਫਿਰ ਤੁਹਾਡੇ ਲਈ ਨੈਚੁਰਲੀ ਨੌਕਰੀਆਂ ਹੀ ਨੌਕਰੀਆਂ। ਫਿਰ ਤਾਂ ਸ਼ਹਿਰ ਵਾਲੇ ਵੀ ਮੇਰਾ ਖਿਆਲ ਹੈ ਵਾਪਸ ਪਿੰਡਾਂ ਵੱਲ ਨੂੰ ਪਲਾਨ ਕਰਨਗੇ ਨੌਕਰੀ ਭਾਲਣ ਲਈ। ਵੀ पंजाब के खुश रखने को मेरे पैनल में आए मेहमानों, ख्याल बहुत अच्छा। मैं तुहाडा तारुफ करवा दिया। मेरे नाल जुड़ रहे ने हमीर सिंह जी, सीनियर पत्रकार ने। पिंडां दीयां ज़मीनां शामलाट किन्हां दे कब्जे किन्हां नूं मिलणीਆਂ ਚਾਹੀਦੀਆਂ ਨੇ ਤੇ ਉਹਨਾਂ ਜ਼ਮੀਨਾਂ ਤੋਂ ਕੀ ਫਾਇਦਾ ਪਿੰਡ ਨੂੰ ਹੋ ਰਿਹਾ ਸੀ ਤੇ ਇਹ ਕਿੱਡਾ ਵੱਡਾ ਫਾਇਦਾ ਸਰਕਾਰ ਕਿਵੇਂ ਲੈਣ ਦੀ ਇੰਨੀ ਅਨੋਖੀ ਸੋਚ ਰਹੀ ਹੈ, ਇਹਨੂੰ ਬੜੀ ਨੇੜਿਓਂ ਨਜਿੱਠਦੇ ਨੇ। ਸਾਡੇ ਨਾਲ ਜੁੜ ਰਹੇ ਨੇ ਬੀਬੀ ਪਰਮਜੀਤ ਕੌਰ ਲੌਂਗੋਵਾਲ ਜੀ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਹ ਨੌਜਵਾਨ ਕਾਰਕੁਨਾਂ ਦਾ ਇੱਕ ਕਾਫਲਾ ਲੰਬੇ ਸਮੇਂ ਤੋਂ ਪੰਜਾਬ ਦੀਆਂ ਉਹਨਾਂ ਮੂਰਲੀਆਂ ਸਫਾਂ ਵਿੱਚ ਲੜ ਰਿਹਾ ਹੈ ਜਿੱਥੇ ਦਲਿਤਾਂ ਦੇ, ਗਰੀਬ ਦੇ, ਦਬੇ ਕੁਚਲੇ ਦੇ ਹੱਕਾਂ ਲਈ ਪਿੰਡ ਦੀਆਂ ਜੂਹਾਂ ਵਿੱਚ ਸਟੇਟ ਤੇ ਕਾਰਕੁਨ ਆਪਸ ਵਿੱਚ ਟਕਰਾ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਬਲਬੀਰ ਸਿੰਘ ਰਾਜੇਵਾਲ ਜੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਪ੍ਰਧਾਨ ਨੇ, ਚੰਗੀ ਤਰ੍ਹਾਂ ਜਾਣਦੇ ਨੇ ਕਿਸਾਨਾਂ ਨੂੰ, ਕਿਸਾਨ ਤੇ ਦਲਿਤਾਂ ਦੇ ਰਿਸ਼ਤੇ ਨੂੰ ਤੇ ਕਿਸਾਨਾਂ ਤੇ ਆਰਥਿਕਤਾ ਦੇ ਰਿਸ਼ਤੇ ਨੂੰ। ਤੇ ਇਹਦੇ ਵਿੱਚੋਂ ਹੁਣ ਜਿਹੜਾ ਇਹ ਨੌਕਰੀਆਂ ਵਾਲੀ ਨਵੀਂ ਲਾਟਰੀ ਨਿਕਲੀ ਹੈ, ਇਹਦੇ ਲਈ ਇਹ ਕਿੰਨੇ ਕੁ ਖੁਸ਼ ਨੇ, ਇਹਨਾਂ ਤੋਂ ਡਿਬੇਟ 'ਚ ਪੁੱਛਾਂਗੇ। ਸਾਡੇ ਨਾਲ ਜੁੜ ਰਹੇ ਨੇ ਜਤਿੰਦਰ ਜੀ। ਜਤਿੰਦਰ ਜੀ ਪੋਲੀਟੀਕਲ ਸਾਇੰਸ ਦੇ ਸ਼ੋਬੇ ਨਾਲ ਸੰਬੰਧ ਰੱਖਦੇ ਨੇ, ਐਕੈਡੈਮਿਕ ਵੀ ਨੇ, ਐਕਟਿਵਿਸਟ ਨੇ, ਪਬਲਿਕ ਇੰਟੈਲੈਕਚੁਅਲ ਨੇ। ਸਮਾਜ ਦੇ ਵਿੱਚ ਜਿਹੜਾ ਸੋਚ ਵਿਚਾਰ ਹੁੰਦਾ ਉਹਦੇ ਵਿੱਚ ਇਹ ਦਰਾਰਾਂ ਵੀ ਨਹੀਂ ਆਉਣ ਦਿੰਦੇ ਕਿ ਸ਼ਹਿਰੀ ਦਿਮਾਗ ਕਿਵੇਂ ਕੰਮ ਕਰਦਾ ਤੇ ਪੇਂਡੂ ਦਿਮਾਗ ਕਿਵੇਂ ਕੰਮ ਕਰਦਾ ਹੈ, ਜਾਂ ਪੜ੍ਹਿਆ ਲਿਖਿਆ ਕਿਵੇਂ ਕੰਮ ਕਰਦਾ ਹੈ ਤੇ ਆਮ ਵਿਅਕਤੀ ਕਿਵੇਂ ਸੋਚਦਾ ਹੈ। ਉਹਨਾਂ ਸਾਰੇ ਇੰਟਰਸੈਕਸ਼ਨਸ 'ਤੇ ਖੜ੍ਹ ਕੇ ਇਸ ਸਮੱਸਿਆ ਨਾਲ ਨਜਿੱਠ ਰਹੇ ਨੇ। ਪਰ ਹਮੀਰ ਸਿੰਘ ਜੀ, ਇਹ ਦੱਸੋ ਵੀ ਇੱਕ ਤੇ ਪੰਜਾਬ ਦੇ ਵਿੱਚ ਇਹ ਜਿਹੜਾ ਇੱਕ ਇੰਡਸਟਰੀਅਲ ਰੈਵੋਲੂਸ਼ਨ ਜਿਹੀ ਅਸੀਂ ਆਲਮੋਸਟ ਮਾਈਨਰ ਸਕੇਲ 'ਤੇ ਦੇਖ ਲਈਏ, ਤੇ ਤੁਸੀਂ ਕਿੰਨੇ ਕੁ ਖੁਸ਼ ਹੋ? ਤੁਹਾਡੀਆਂ ਬੜੀਆਂ ਸ਼ਿਕਾਇਤਾਂ ਸੀਗੀਆਂ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਹੁਣ ਇੱਕ ਤੇ ਇਹਦੇ ਨਾਲ ਉਦਯੋਗ ਆ ਜਾਣਗੇ, ਇੱਕ ਪਿੰਡ ਜਿਹੜਾ ਉਹ ਐਮਪਾਵਰਡ ਫੀਲ ਕਰੇਗਾ, ਜੋ ਨਕਸ਼ਾ ਸਰਕਾਰ ਦਾ ਲੱਗ ਰਿਹਾ। ਹਾਊ ਡੂ ਯੂ ਫੀਲ ਅਬਾਊਟ ਇਟ? ਵੈਸੇ ਸੁਪਨਾ ਮੈਨੂੰ ਲੱਗਦਾ ਅਮਰਿੰਦਰ ਸਿੰਘ ਦੇ 2017 ਤੋਂ ਵੱਡਾ ਹੈ ਥੋੜਾ ਜਿਹਾ। ਇਹਨਾਂ ਤੋਂ ਜਦੋਂ ਵਾਅਦਾ ਵੀ ਨਹੀਂ ਸੀ ਕੀਤਾ, ਨਹੀਂ ਸੀ ਬਣੀ, ਇਹ ਪਹਿਲੀ ਸਰਕਾਰ ਹੈ ਜਿੰਨਾ ਵਾਅਦਾ ਕੀਤਾ ਉਸ ਤੋਂ ਵੀ ਜ਼ਿਆਦਾ ਡਿਲੀਵਰ ਕਰਨ ਲੱਗੀ ਹੈ। ਜ਼ਿਆਦਾ ਡਿਲੀਵਰ ਕਰ ਰਹੀ ਹੈ। 2017 ਗੁਟਕੇ ਤੇ ਹੱਥ ਰੱਖ ਲਿਆ, ਇੱਕ ਹਫ਼ਤੇ 'ਚ ਨਸ਼ਾ ਬੰਦ ਹੋ ਜਾਏਗਾ, ਘਰ ਘਰ ਰੋਜ਼ਗਾਰ ਪੈਦਾ ਹੋ ਜਾਏਗਾ। ਇਸੇ ਤਰ੍ਹਾਂ ਉਹ ਨਹੀਂ ਹੋਇਆ, ਪਰ ਇਹ ਅਕਾਲ ਪੁਰਖ ਦੀ ਮਿਹਰ ਹੋਈ ਹੈ ਸਿੱਧੀ। ਖਿਆਲ ਅੱਛਾ ਹੈ, ਕਾਂਡ ਵਾਲੇ ਦੋਸ਼ੀ ਅੰਦਰ ਹੋਣਗੇ ਤੇ ਉਹ ਸਾਰੀਆਂ ਚੀਜ਼ਾਂ 3 ਸਾਲ ਦੇ ਵਿੱਚ ਪੰਜਾਬੀ ਦੇਖ ਰਹੇ ਨੇ ਜਿਸ ਤਰ੍ਹਾਂ ਦੇ ਲਾਗੂ ਹੋ ਰਹੀਆਂ ਨੇ। ਚਲੋ ਉਹ ਜਿਸ ਤਰ੍ਹਾਂ ਦਾ ਨਹੀਂ ਹੋ ਪਾਉਂਦੀਆਂ, ਜਿਹੜਾ ਇਹ ਚੀਜ਼ਾਂ ਨੇ, ਨਹੀਂ ਇਹ ਵੀ ਐਵੇਂ ਹੀ ਹੋਣਗੀਆਂ। ਕੇਵਲ ਉਹੀ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਨਹੀਂ ਦਿਖਾਈਆਂ ਜਾਂਦੀਆਂ। ਜਿਹੜਾ ਸੁਪਨਾ ਦਿਖਾਇਆ ਜਾਂਦਾ, ਸੁਪਨਾ ਹਮੇਸ਼ਾ ਮਰ ਰਿਹਾ। ਕੋਸ਼ਿਸ਼ ਕਿਸ ਤਰ੍ਹਾਂ ਦੀ ਹੈ ਸਰਕਾਰ? ਕੋਸ਼ਿਸ਼ ਜਿਹੜੀ ਸਰਕਾਰ ਦੀ ਹੈ ਇਹ ਟੋਟਲੀ ਸੋਚੀ ਸਮਝੀ ਸਟ੍ਰੈਟਜੀ ਤੇ ਤਹਿਤ ਹੈ। ਇਹ ਨਹੀਂ ਕਿ ਸਰਕਾਰ ਨੂੰ ਪਤਾ ਨਹੀਂ ਹੈ ਕਿ ਉਹ ਕੁਛ ਇਹੋ ਜਿਹਾ ਕੰਮ ਕਰਨ ਜਾ ਰਹੀ ਹੈ। ਇਹ ਲੈਂਡ ਦਾ ਜਿਹੜਾ ਮਾਮਲਾ ਹੈ, ਜ਼ਮੀਨ ਦਾ ਜਿਹੜਾ ਮਾਮਲਾ ਹੈ, ਜ਼ਮੀਨ ਦੀ ਜਿਹੜੀ ਮਹਿੰਗਾਈ ਹੈ, ਟੋਟਲ ਕਾਰਪੋਰੇਟ ਰੌਲਾ ਪਾ ਰਿਹਾ ਬੜੇ ਲੰਮੇ ਸਮੇਂ ਤੋਂ, ਖਾਸ ਤੌਰ ਤੇ 2013 ਦੇ ਲੈਂਡ ਐਕੁਜੀਸ਼ਨ ਐਕਟ ਤੋਂ ਬਾਅਦ ਕਿ ਸਾਨੂੰ ਜ਼ਮੀਨ ਸਸਤੀ ਨਹੀਂ ਮਿਲ ਰਹੀ, ਅਸੀਂ ਸਸਤੀ ਜ਼ਮੀਨ ਭਾਲਦੇ ਹਾਂ।
ਤੇ ਉਹ ਇਹ ਜ਼ਮੀਨ ਤਾਂ ਕਾਰਪੋਰੇਟਸ ਨੂੰ ਨਹੀਂ ਦੇਣੀ, ਉਹ ਕਾਰਪੋਰੇਟ ਨੂੰ ਹੀ ਦੇਣੀ ਹੈ, ਹੋਰ ਕਿਹਨੂੰ ਨਹੀਂ ਦੇਣੀ? ਇਹ ਤਾਂ ਐਮਐਸਐਮਈ ਲਈ ਹੈ ਨਾ, ਇਹ ਤਾਂ ਮਾਈਕ੍ਰੋ ਯੂਨਿਟ ਹੈ, ਬੜੀ ਇਹ ਬਹੁਤ ਸਾਰੇ ਛੋਟੇ ਸਕੇਲ ਦੀ ਜਿੰਨੇ ਇੰਡਸਟਰੀ ਜਿੰਨੇ ਹੈ, ਵੀ ਸਾਰੇ ਉਹਨਾਂ ਜੁੜ ਲਈ ਨੇ, ਹੈ। ਜਿੰਨੇ ਵੀ ਸਾਰੇ ਐਮਐਸਐਮਈ ਲਈ ਹੈ, ਉਹ ਸਾਰੇ ਐਮਐਸਐਮਈ ਕਿੱਥੇ ਹੈ? ਔਰ ਉਹ ਸਾਰੇ ਜੋ ਆਉਣਗੇ ਜਿਹੜੇ ਨਾ, ਇਦੋਂ ਵੀ ਜਦੋਂ ਪਹਿਲਾਂ ਜ਼ਮੀਨ ਸਸਤੀ ਮਿਲੇਗੀ, ਆ ਇਦੋਂ ਜਾਣਗੇ। ਪਹਿਲਾਂ ਅਕਾਲੀ ਦਲ ਨੇ ਲਿਆਂਦਾ ਹੂੰ ਗੋਬਿੰਦਪੁਰਾ ਥਰਮਲ ਪਲਾਂਟ, ਹਜ਼ਾਰਾਂ ਏਕੜ ਜ਼ਮੀਨ ਵਿਹਲੀ ਪਈ ਆ, ਇੱਕ ਇੱਟ ਨਹੀਂ ਲੱਗੀ ਅੱਜ ਤੱਕ। ਹੂੰ ਤੇ ਇਦੋਂ ਬਿਨਾ 2200 ਏਕੜ ਬਠਿੰਡਾ ਥਰਮਲ ਬੰਦ ਹੋ ਗਿਆ, ਉਹਦੀ ਵਾਧੂ ਜ਼ਮੀਨ ਪਈ ਹੈ। ਲਹਿਰਾ ਥਰਮਲ ਹੁਣੇ ਬੰਦ ਹੋਣ ਜਾ ਰਿਹਾ ਤੇ ਉਹ ਬੰਦ ਪਈ ਹੈ। ਆ ਸੀਲ ਫੈਕਟਰੀ ਦੀ ਹਜ਼ਾਰਾਂ ਏਕੜ ਜ਼ਮੀਨ ਪਈ ਆ, ਉਹ ਲਾ ਦਿਓ। ਔਰ ਜੇ ਰੁਜ਼ਗਾਰ ਪੈਦਾ ਕਰਨਾ, ਗੋਬਿੰਦਗੜ੍ਹ ਉੱਜੜ ਗਿਆ, ਬਟਾਲਾ ਉੱਜੜ ਗਿਆ, ਲੁਧਿਆਣਾ ਅੱਧਾ ਖਾਲੀ ਹੋ ਗਿਆ ਤੇ ਹਜ਼ਾਰਾਂ ਏਕੜ ਜ਼ਮੀਨਾਂ ਦੇ 18000 ਤੋਂ ਵੱਧ ਐਮਐਸਐਮਈ 18000 ਤੋਂ ਵੱਧ ਪਿਛਲੇ 15 ਸਾਲਾਂ ਚ ਪੰਜਾਬ ਚ ਉੱਜੜ ਗਈਆਂ ਨੇ। ਉਹਨਾਂ ਦੀ ਵੀ ਤਾਂ ਜ਼ਮੀਨ ਹੈ, ਕਿਤੇ ਉਹ ਲੱਗੀਆਂ ਹੀ ਹੋਈਆਂ ਨੇ, ਤੇ ਉਹ ਕਿਉਂ ਨਹੀਂ ਉਹ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਜੇਕਰ ਲੱਗੀਆਂ ਹੋਈਆਂ ਹੁਣ ਇਹਦੇ ਨਾਲ ਨੇ? ਪਿੰਡ ਕਿਉਂ ਟਾਰਗੇਟ? ਨਵਾਂ ਇੰਡਸਟਰੀ ਆਏਗੀ, ਪਿੰਡ ਕਿਉਂ ਟਾਰਗੇਟ ਹੈ ਨਾ? ਪਿੰਡਾਂ 'ਚ ਰੋਜ਼ਗਾਰ ਦੇਣਾ, ਪਿੰਡਾਂ 'ਚ ਰੁਜ਼ਗਾਰ ਦੇਣਾ। ਪਿੰਡ ਇਸ ਲਈ ਟਾਰਗੇਟ ਹੈ ਕਿ ਪਿੰਡ 'ਚ ਜਿਹੜਾ ਮਾੜਾ ਮੋਟਾ ਵੀ ਕੋਈ ਵਜੂਦ ਪਿੰਡ ਦਾ ਬਚਦਾ, ਵੈਸੇ ਤਾਂ ਓਵਰਆਲ ਪਾਲਿਸੀ ਪਿੰਡ ਦੇ ਖਿਲਾਫ ਹੈ। ਫੋਰਸਫੁਲੀ ਕਿਸਾਨ ਨੂੰ ਤੇ ਪਿੰਡ ਨੂੰ ਤੇ ਮਜ਼ਦੂਰ ਨੂੰ ਉਜਾੜ ਕੇ ਅਰਬਨਾਈਜੇਸ਼ਨ ਦੀ ਡਿਵੈਲਪਮੈਂਟ ਦਾ ਮਾਡਲ ਹੈ। ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਸ਼ਹਿਰ ਸਭ ਤੋਂ ਬਿਹਤਰ ਨੇ, ਇਸ ਲਈ ਸਹੂਲਤਾਂ ਵੀ ਉੱਥੇ ਹੀ ਨੇ, ਐਜੂਕੇਸ਼ਨ ਉੱਥੇ ਹੈ, ਹੈਲਥ। ਇਹ ਪਿੰਡ ਸ਼ਹਿਰਾਂ ਵਰਗੇ ਹੋ ਜਾਣਗੇ ਜਦੋਂ ਪਿੰਡ 'ਚ ਉਦਯੋਗ ਲੱਗੇਗਾ, ਪਿੰਡ ਸ਼ਹਿਰ ਵਰਗਾ ਹੋ ਜਾਏਗਾ। ਪਿੰਡ ਸ਼ਹਿਰ ਵਰਗਾ ਇਹ ਉਦਯੋਗ ਨਾਲ ਨਹੀਂ ਹੋ ਜਾਏਗਾ, ਸ਼ਹਿਰ ਦੀ ਗੰਦਗੀ ਵਰਗਾ ਕੱਲਾ ਹੋ ਜਾਏਗਾ। ਪਰ ਜਿਹੜੇ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਣੀਆਂ ਸੀ, ਤੰਦਰੁਸਤੀ ਲਈ ਕੋਈ ਵਿਦਿਅਕ ਪ੍ਰਬੰਧ ਦੇਣਾ ਸੀ, ਕੋਈ ਸਿਹਤ ਸਹੂਲਤਾਂ ਦੇਣੀਆਂ ਸੀ, ਕੋਈ ਬਿਹਤਰ ਲੈਵਲ ਦੀ ਜ਼ਿੰਦਗੀ ਤੇ ਉਹਨਾਂ ਨੂੰ ਆਮਦਨ ਦੇਣੀ ਸੀ, ਉਸ ਪੱਧਰ ਦੇ ਉੱਤੇ ਆਮ ਵਿਅਕਤੀ ਸ਼ਹਿਰ ਵਾਲੇ ਸੋਚੇਗਾ ਵੀ ਇਹ ਇੰਡਸਟਰੀ ਲੱਗੇਗੀ, ਕਾਰਖਾਨੇ ਲੱਗਣਗੇ ਜਾਂ ਸਰਵਿਸ ਸੈਕਟਰ ਵਿੱਚ ਕੋਈ ਆਏਗਾ ਤਾਂ ਨੌਕਰੀਆਂ ਆਣਗੀਆਂ, ਇੱਕ ਇਕਨੋਮੀ ਨੂੰ ਹੁਲਾਰਾ ਮਿਲੇਗਾ। ਕਿੱਥੋਂ ਆਏਗਾ? ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਤਾਂ ਦੁਨੀਆ ਨੂੰ ਨਹੀਂ ਦੇਖ ਸਕਦੇ, ਥੋੜਾ ਜਿਹਾ ਖੋਲ ਕੇ ਦੇਖਣੀਆਂ ਪੈਣਗੀਆਂ। ਮੇਰੀ ਤਾਂ ਪ੍ਰੈਕਟਿਸ ਬੜੀ ਹੋ ਗਈ ਅੱਖਾਂ ਬੰਦ ਕਰਕੇ ਦੇਖਣ ਦੀ, ਸਰਕਾਰਾਂ ਨੇ ਐਸੀ ਪ੍ਰੈਕਟਿਸ ਜਿਹੜਾ ਕਰਾਈ ਹੈ। ਪ੍ਰੈਕਟਿਸ ਇਹ ਕਰਤੀ ਨਾ, ਨਾਲ ਦਿਮਾਗ ਵੀ ਖੁੱਲਾ ਹੋਊਗਾ ਤੇ ਅੱਖਾਂ ਵੀ ਖੁੱਲੀਆਂ ਹੋਣਗੀਆਂ, ਤਾਂ ਹੀ ਕੋਈ ਚੀਜ਼ ਪਤਾ ਲੱਗੇਗੀ ਦੁਨੀਆ 'ਚ ਰੁਜ਼ਗਾਰ ਕਿੱਥੇ ਪੈਦਾ ਹੋ ਰਿਹਾ। ਸਾਡੇ ਬੱਚੇ ਜਿਹੜੇ ਪੰਜਾਬ ਦੇ ਨੇ ਉਹ ਬੇਰੁਜ਼ਗਾਰੀ ਦੇ ਮਾਰੇ ਹੋਏ, ਹਰ ਸਾਲ 1.5 ਲੱਖ ਬੱਚਾ ਲੱਖਾਂ ਕਰੋੜਾਂ ਰੁਪਇਆ ਖਰਚ ਕਰਕੇ ਸਟੂਡੈਂਟ ਵੀਜ਼ੇ ਤੇ ਬਾਹਰ ਭੱਜ ਰਹੇ ਆ। ਜੇ ਰੁਜ਼ਗਾਰ ਦੀ ਕੋਈ ਗੁੰਜਾਇਸ਼ ਜਾਂ ਉਹਦਾ ਇਲਾਜ ਹੈ ਨਾ, ਇਹ ਉਹਦਾ ਇਲਾਜ ਹੈ। ਉਹਦਾ ਇਲਾਜ ਤਾਂ ਸਭ ਦੇ ਸਾਹਮਣੇ, ਇਲਾਜ ਕਾਗਜ਼ਾਂ ਤੇ ਨਹੀਂ ਨਾ ਹੁੰਦਾ, ਔਰ ਉਹ ਵੀ ਹੜੱਪਣ ਵਾਲਾ ਇਲਾਜ ਹੈ। ਬਲਕਿ ਜਿਹੜਾ ਮਾੜਾ ਮੋਟਾ ਪਿੰਡ ਵਸਦਾ ਹੈ, ਇਦੋਂ ਪਹਿਲਾਂ 100 ਸਾਲ ਤੋਂ ਵੱਧ ਤੱਕ ਅਸੀਂ ਅੰਗਰੇਜ਼ਾਂ ਦਾ ਉਹ ਪੁਰਾਣਾ ਕਾਨੂੰਨ ਲਾਗੂ ਕਰਦੇ ਰਹੇ ਹਾਂ ਜ਼ਮੀਨ ਦੇ ਮਾਮਲੇ 'ਚ, ਲੈਂਡ ਐਕਵਾਇਰ ਕਰਨ ਦੇ ਮਾਮਲੇ 'ਚ। ਹੁਣ ਕਿਉਂਕਿ 2013 ਚ ਥੋੜਾ ਜਿਹਾ ਪੋਜ਼ਿਟਿਵ ਇੱਕ ਕਾਨੂੰਨ ਬਣ ਗਿਆ ਕਿ ਜੇ ਪਿੰਡ ਦੀ ਜ਼ਮੀਨ ਲੈਣੀ ਹੈ, ਇਹਦਾ ਮਾਲਕ ਕੌਣ ਹੈ? ਸਰਕਾਰ ਉਹਦੀ ਮਾਲਕ ਨਹੀਂ ਹੈ। ਤੁਸੀਂ ਮਾਲਕ ਹੋਣ ਦਾ ਢੰਗ ਜੋ ਕਰੋ, ਪੰਚਾਇਤ ਉਹਦੀ ਮਾਲਕ ਨਹੀਂ ਹੈ। ਬਿਲਕੁਲ। ਔਰ ਇਹ ਵੀ ਇੱਕ ਗਲਤ ਗੱਲ ਹੈ, ਇਹ ਆਰਡਰ ਹੀ ਗਲਤ ਹੈ ਇਸ ਲੈਵਲ ਤੇ ਕਿ ਪੰਚਾਇਤ ਮਾਲਕ ਨਹੀਂ, ਉਹ ਵਿਲੇਜ ਕਾਮਨ ਲੈਂਡ ਐਕਟ ਹੈ, ਜਾਂ ਤਾਂ ਗ੍ਰਾਮ ਸਭਾ ਦੁਆਰਾ ਹੁੰਦਾ। ਗ੍ਰਾਮ ਸਭਾ ਉਹਦੀ ਮਾਲਕ ਹੈ। ਠੀਕ ਹੈ, ਇਹ ਇੱਕ ਲੈਕੂਨਾ ਹੈ। ਹਾਂ, ਔਰ ਉਹ ਆਪਣੇ ਆਪ ਚ ਗਲਤ ਹੈ। ਦੂਜੀ ਗੱਲ ਇਹ ਹੈ ਕਿਉਂਕਿ ਉਸ ਐਕਟ ਦੇ ਵਿੱਚ 2013 ਦੇ ਵਿੱਚ ਇਹ ਸ਼ਾਮਲ ਕਰ ਦਿੱਤਾ ਗਿਆ, ਜੇ ਕਿਸੇ ਪ੍ਰਾਈਵੇਟ ਅਦਾਰੇ ਨੂੰ ਤੁਸੀਂ ਜ਼ਮੀਨ ਲੈ ਕੇ ਦੇਣੀ ਹੈ ਅਕਵਾਇਰ ਕਰਕੇ ਪਿੰਡ ਦੀ, ਚਾਹੇ ਕਿਸੇ ਦੀ ਨਿੱਜੀ ਜ਼ਮੀਨ ਹੈ ਚਾਹੇ ਉਹ ਸਾਮਲਾਟ ਹੈ, ਉਹਦੇ ਲਈ 80% ਗ੍ਰਾਮ ਸਭਾ ਦੀ ਸਹਿਮਤੀ ਜ਼ਰੂਰੀ ਹੈ। ਉਹਦੇ ਪਿੱਛੇ ਧਾਰਨਾ ਕੀ ਸੀ? ਉਹ ਲੈਂਡ ਐਕੁਜੀਸ਼ਨ। ਹਾਂ, ਉਹਦੇ ਪਿੱਛੇ ਧਾਰਨਾ ਕੀ ਹੈ? ਹੁਣ ਵੀ ਧਾਰਨਾ ਇਹ ਹੈ ਕਿ ਕਿਉਂਕਿ ਜਦੋਂ ਤੁਸੀਂ ਪਿੰਡ ਦੀ ਜ਼ਮੀਨ ਲੈਂਦੇ ਹੋ, ਇਹਦੇ ਨਾਲ ਕੇਵਲ ਕਿਸਾਨ ਨਹੀਂ ਉਜੜਦਾ, ਕਿਸਾਨ ਨੂੰ ਤਾਂ ਫਿਰ ਵੀ ਪੈਸਾ ਮਿਲ ਜਾਂਦਾ ਉਹਨਾਂ ਕੁ, ਇਹਦੇ ਨਾਲ ਜਿਹੜਾ ਬਾਕੀ ਉੱਥੇ ਦਾ ਦੁਕਾਨਦਾਰ, ਉੱਥੇ ਦਾ ਮਜ਼ਦੂਰ, ਉੱਥੇ ਦਾ ਦਲਿਤ, ਉਹ ਪਿੰਡ ਉਜੜਦਾ ਪੂਰੇ ਦਾ ਪੂਰਾ ਇੱਕ ਇਕੋਸਿਸਟਮ ਬਣਿਆ ਹੋਇਆ। ਇਕੋਸਿਸਟਮ ਬਣਿਆ ਹੋਇਆ। ਔਰ ਇਸ ਕਰਕੇ ਇੱਕ ਸੋਸ਼ਲ ਇੰਪੈਕਟ ਜਿਹੜੀ ਹੈ ਤੁਹਾਨੂੰ ਅਸੈਸਮੈਂਟ ਕਰਾਉਣੀ ਪੈਂਦੀ ਹੈ ਕਿ ਉਹਨਾਂ ਤੇ ਕਿੰਨਾ ਅਸਰ ਪਏਗਾ, ਤਾਂ ਕਿ ਉਹਨਾਂ ਨੂੰ ਵੀ ਉਹਨੇ ਪੈਸੇ ਜਾਣੇ ਜ਼ਰੂਰੀ ਨੇ, ਜੇਕਰ ਤੁਸੀਂ ਇਕੱਲੇ ਪੈਸੇ ਦੇ ਟਰਮ 'ਚ ਵੀ ਸੋਚਦੇ ਹੋ ਜਿੰਨਾ ਉਹਨਾਂ ਦਾ ਲਾਸ ਉਸ ਲੈਵਲ ਤੇ ਹੋ ਰਿਹਾ। ਇਹ ਜਿਹੜਾ ਗੱਲ ਹੈ, ਇਹ ਉਸ ਸੈਕਟਰ ਨੂੰ ਬਾਈਪਾਸ ਕਰਕੇ ਜ਼ਬਰਦਸਤੀ ਲੋਕਾਂ ਦੀਆਂ ਉਹ ਸਾਮਲਾਟ ਜ਼ਮੀਨਾਂ ਜਿਹੜੇ ਸਾਂਝੇ ਮਕਸਦ ਲਈ ਰੱਖੀਆਂ ਨੇ, ਪਿੰਡ ਦੇ ਵਿਕਾਸ ਲਈ ਰੱਖੀਆਂ ਨੇ, ਔਰ ਪਿੰਡ ਦੇ ਵਿੱਚ ਜੇਕਰ ਇਹ ਜ਼ਮੀਨ ਲੈ ਲਈ ਜਾਏਗੀ ਮੰਨ ਲਓ, ਤਾਂ ਉਹਦਾ ਲਾਸ ਕੀ ਹੁੰਦਾ ਹੈ? ਉਹਦਾ ਲਾਸ ਆ ਸਕੂਲ ਦਾ ਬਿੱਲ ਨਹੀਂ ਭਰਿਆ ਜਾਣਾ, ਉਹਦਾ ਪਹਿਲਾਂ ਵੀ ਨਹੀਂ ਭਰੇ ਜਾ ਰਹੇ ਕਿਉਂਕਿ ਬਹੁਤ ਪੰਚਾਇਤਾਂ ਕੋਲ ਜ਼ਮੀਨ ਹੈ ਵੀ ਨਹੀਂ। ਇਨਕਮ ਦਾ ਇੱਕ ਜਿਹੜਾ ਰੈਗੂਲਰ ਸਟ੍ਰੀਮ ਆ ਖਤਮ ਹੋ ਜਾਏਗੀ। ਔਰ ਸਰਕਾਰ ਕੀ ਕਹਿ ਰਹੀ ਹੈ ਇਹਦੇ 'ਚ ਲਿਖੇ ਹੋਏ 'ਚ, ਉਹ ਕਹਿੰਦੇ ਵੀ ਜੇ ਠੇਕੇ ਤੇ ਲੈਂਦੇ ਨੇ ਬੰਦੇ ਥੋੜੇ ਬਹੁਤ, ਤੁਸੀਂ ਠੇਕੇ ਤੇ ਦੇਣਾ ਵੀ ਚਾਹੁੰਦੇ ਹੋ, ਇਹ ਤਾਂ ਅਸੀਂ ਲਵਾਂਗੇ, ਤੁਸੀਂ ਕਿਤੇ ਹੋਰ ਲੈ ਲਿਓ, ਜਿਹੜੇ ਇਸ ਜ਼ਮੀਨ ਤੋਂ ਪੈਸੇ ਮਿਲਣਗੇ ਉਹਦੇ ਨਾਲ ਕਿਤੇ ਹੋਰ ਜ਼ਮੀਨ ਲੈ ਲਿਓ। ਉਹ ਹੋਰ ਜ਼ਮੀਨ ਕਿਤੇ ਮਤਲਬ ਨਾਭੇ ਵਾਲਾ ਬੰਦਾ ਹੋਰ ਲੈ ਲੇਗਾ ਜਾ ਕੇ, ਉਹ ਜ਼ਮੀਨ ਉੱਥੇ ਫਿਰ ਠੇਕੇ ਤੇ ਉੱਥੇ ਦਿਆ ਕਰੇਗਾ। ਕਾਨੂੰਨ ਦੀ ਪਾਬੰਦੀ ਤੇ ਹੈ ਨਹੀਂ, ਜਿੱਥੇ ਚੰਗੀ ਲੱਗੇ ਉੱਥੇ ਲੈ ਲਓ, ਤੁਸੀਂ ਯੂਪੀ ਜਾ ਕੇ ਲੈ ਲਓ। ਇਹ ਆਹੋ ਮਤਲਬ ਇਹ ਹੈ ਵੀ ਤੁਸੀਂ ਉਜੜੋ, ਸਾਰਾ ਪਿੰਡ ਉਜੜ ਜਾਓ, ਜ਼ਮੀਨ ਕਿਤੇ ਹੋਰ ਲੈ ਲਓ ਜਾ ਕੇ, ਪਿੰਡ ਨਾ ਬਸੇ ਐ ਜੇ ਪਿੰਡ ਐਂਟੀਟੀ ਦੇ। ਦੂਜੀ ਗੱਲ ਇਹ ਕਹਿੰਦੇ 25% ਦੇਾਂਗੇ ਜੀ, ਪਹਿਲਾਂ ਸਾਡੇ ਕੋਲ ਪੈਸੇ ਹੀ ਹੈ ਨਹੀਂ, ਰਜਿਸਟਰੀ 100% ਕਰਾ ਲਾਂਗੇ, ਯਾਨੀ ਜ਼ਮੀਨ ਖਰੀਦਾਂਗੇ, ਜਿਹੜੀ ਜ਼ਮੀਨ ਖਰੀਦਾਂਗੇ ਤੁਹਾਨੂੰ 25% ਪਹਿਲਾਂ ਮਿਲਣਗੇ, ਉਹਦੇ 25% ਪੈਸੇ ਫਿਰ 2 ਸਾਲਾਂ 'ਚ ਸਾਲਾਨਾ ਕਿਸ਼ਤਾਂ ਤੇ ਬਾਅਦ 'ਚ ਦਿੱਤੀ ਜਾਏਗੀ।
ਜਿਹੜੇ ਬਾਕੀ 75% ਹੋਏਗਾ 25% ਪਹਿਲਾਂ ਦੇ ਦੇਣਗੇ ਪੰਚਾਇਤ ਨੂੰ ਪੈਸੇ, ਹਾਂ, ਜ਼ਮੀਨ ਤੁਹਾਡੀ ਫਿਰ ਲੈ ਲੈਣਗੇ। 2 ਸਾਲ ਕੁਝ ਨਹੀਂ ਦੇਣਗੇ, ਹਾਂ, ਫਿਰ 4 ਹਿੱਸਿਆਂ 'ਚ 4 ਫਿਰ ਸਾਲ 'ਚ ਕਿਸ਼ਤਾਂ ਦੇਣਗੇ, ਸਾਲਾਨਾ ਕਿਸ਼ਤਾਂ 'ਚ ਵੰਡਣਗੇ। ਔਰ ਉਹਦੇ 'ਚ ਕਿਤੇ ਦੁਨੀਆ 'ਚ ਸੁਣਿਆ ਕਿ ਮੈਨੂੰ ਮੇਰੀ ਕੋਈ ਜਾਇਦਾਦ ਬਿਨਾਂ ਕਿਸੇ ਪੂਰੇ ਨਹੀਂ, ਪੈਸੇ ਅਸੀਂ ਵੀ ਇਦਾਂ ਦਿੱਤੇ- ਸਰਕਾਰ ਦੀਆਂ ਕੋਠੀ ਕੋਈ ਲੈ ਸਕਦੇ ਹਾਂ, ਜਿਹੜੀ ਇਹ ਸਰਕਾਰ ਤਾਂ ਫਲੈਟ ਲੋਕ ਸ਼ੂਟ ਦੱਸਦੇ ਕੱਢਦੀ ਹੈ, ਸਰਕਾਰ ਆਪਣੀਆਂ ਸਾਰੀਆਂ ਦੇ ਸਾਨੂੰ 25% ਦੇਈ ਜਾਏ, ਬਾਕੀ ਹੌਲੀ ਹੌਲੀ 4-5 ਸਾਲ ਤੁਸੀਂ, ਬਾਅਦ ਉਹਦੇ ਪਰਮਜੀਤ ਕੌਰ ਇੱਕ ਇਹ ਜੀ, ਬਹੁਤ ਜੀ, ਵੱਡਾ ਜੀ। ਪਿੰਡ ਦੇ ਨਾਲ ਇੱਕ ਲੈਵਲ ਦਾ ਫਰਾਡ ਹੈ ਉਸ ਪੱਧਰ ਦਾ। ਔਰ ਸਰਕਾਰ ਨੇ ਪੰਚਾਇਤ ਵੀ ਇਸੇ ਕਰਕੇ ਪਾਈ ਹੈ ਵਿੱਚ, ਕਿਉਂਕਿ ਪੰਚਾਇਤ ਤੋਂ ਲਿਖਾਉਣਾ ਜਾਂ ਮਤਾ ਪਵਾਉਣਾ, ਸਰਕਾਰ ਇਹ ਕਹਿੰਦੇ ਅਸੀਂ ਥੋੜੀ ਲੈ ਰਹੇ ਹਾਂ, ਤਾਂ ਜਿਹੜੀ ਪੰਚਾਇਤ ਮਤਾ ਪਾ ਕੇ ਲੈ ਰਹੀ ਹੈ, ਔਰ ਪੰਚਾਇਤ ਮਤਾ ਪਾ ਕੇ ਤਾਂ ਦੇਣ ਲਈ ਹਰੇਕ ਹੀ ਤਿਆਰ ਹੈ। ਇਦੋਂ ਪਹਿਲਾਂ ਜਦੋਂ 1977 ਦੇ ਵਿੱਚ ਵੀ ਫੋਕਲ ਪੁਆਇੰਟ ਪਿੰਡਾਂ 'ਚ ਬਣਾਏ ਸੀਗੇ ਜੀ ਜੀ, ਉਹਦੇ ਲਈ ਸੈਂਕੜੇ ਏਕੜ ਜ਼ਮੀਨ ਮਿਲੀ। ਹੁਣ ਕੱਲੀ ਦਾਣਾ ਮੰਡੀ ਹੈ ਪਿੰਡ 'ਚ ਲੋਕਲ, ਉਹਦੇ ਨਾਲ ਤੇ ਕਿਤੇ ਕਿਤੇ ਕੋਈ ਡਿਵੈਲਪਮੈਂਟ ਹੋਰ ਦਿਖਾਈ ਨਹੀਂ ਦੇ ਰਹੀ। ਸੋ ਫੋਕਲ ਪੁਆਇੰਟ ਵਾਲੇ ਜ਼ਮੀਨਾਂ ਜੇ ਉੱਥੇ ਪਈਆਂ ਉਹ ਵੀ ਹੋਈਆਂ ਉੱਥੇ ਹੀ ਪਈਆਂ ਹੋਈਆਂ ਨੇ ਸਾਰੇ ਪਿੰਡਾਂ 'ਚ, 20-30 ਪਿੰਡਾਂ ਦੇ ਕਲਸਟਰਾਂ ਦੇ ਵਿੱਚ ਹੈ ਤੇ ਫੋਕਲ ਪੁਆਇੰਟ ਉਹ ਬਣੇ ਨੇ, ਕੱਲੀਆਂ ਇੱਟਾਂ ਲੱਗੀਆਂ ਨੇ, ਕੱਲਾ ਅਨਾਜ ਮੰਡੀ ਦੇ ਤੌਰ ਤੇ ਉਹਦਾ ਪਰਮਜੀਤ ਜੀ, ਤੁਹਾਡੀ ਆਰਗੇਨਾਈਜੇਸ਼ਨ ਇੱਕ ਲੰਬੇ ਸਮੇਂ ਤੋਂ ਲੜ ਰਹੀ ਹੈ ਕਿ ਜਿਹੜੀ ਇਹ ਸ਼ਾਮਲਟ ਜ਼ਮੀਨ ਹੁੰਦੀ ਹੈ ਇਹਦਾ 1/3 ਹਿੱਸਾ ਤੁਸੀਂ ਸਿਰਫ ਤੇ ਸਿਰਫ ਦਲਿਤ ਜਿਹੜੀ ਬਰਾਦਰੀ ਹੈ ਪਿੰਡ ਦੀ ਉਹਨਾਂ ਨੂੰ ਦੇ ਸਕਦੇ ਹੋ। ਉੱਥੇ ਓਪਨ ਬੋਲੀ ਹੁੰਦੀ ਹੈ ਜਿਹਦੇ 'ਚ ਕੇਵਲ ਦਲਿਤ ਹਿੱਸਾ ਲੈ ਸਕਦਾ। ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਕਿਧਰੇ ਵੀ ਲਾਗੂ ਨਹੀਂ ਸੀ ਹੋ ਰਿਹਾ, ਖਾਸ ਤੌਰ ਤੇ ਉਦੋਂ ਤੱਕ, ਐਟਲੀਸਟ ਜਦੋਂ ਤੱਕ ਤੁਸੀਂ ਇਹਦੇ ਲਈ ਇੱਕ ਵੱਡਾ ਸੰਘਰਸ਼ ਨਹੀਂ ਵਿੱਢਿਆ, ਤੇ ਕਿਤੇ ਕਿਤੇ ਉਹ ਜਿੱਤਾਂ ਦਿਖਾਈ ਦੇ ਰਹੀਆਂ ਨੇ। ਹੁਣ ਜਿਹੜੀ ਇਹ ਪਾਲਿਸੀ ਹੈ, ਤੁਹਾਨੂੰ ਇਹਦੇ ਤੇ ਜਿਹੜੇ ਵਿਚਕਾਰ ਪ੍ਰੋਸੀਜਰਲ ਲੈਵਲ ਦੇ ਵਿੱਚ ਕੁਝ ਲੈਕੂਨਾ ਹਮੀਰ ਜੀ ਦੱਸ ਰਹੇ ਨੇ ਕਿ ਜੇ ਇਹ ਗ੍ਰਾਮ ਸਭਾ ਦੇ ਹੱਥ ਹੁੰਦਾ ਕੀ ਫਿਰ ਇਹ ਬਿਹਤਰ ਡਿਸੀਜਨ ਸੀ, ਕੀ ਇਹ ਫਿਰ ਮਨਜ਼ੂਰ ਸੀ? ਕੀ ਤੁਹਾਨੂੰ ਨਹੀਂ ਲੱਗਦਾ ਕਿ ਪਿੰਡਾਂ ਵਿੱਚ ਰੋਜ਼ਗਾਰ ਹੋਰ ਕਿਵੇਂ ਸਥਾਪਿਤ ਕੀਤਾ ਜਾ ਸਕਦਾ? ਸਰਕਾਰਾਂ ਕੋਲ ਵੀ ਰਿਸੋਰਸਿਸ ਨਹੀਂ ਹਨ। ਸਰਕਾਰ ਕੋਲ ਇੱਕ ਬਹਾਨਾ ਹੋਏਗਾ ਕਹਿੰਦਾ ਕਿ ਰਿਸੋਰਸਿਸ ਹੈ ਨਹੀਂ ਜੀ, ਰਿਸੋਰਸਿਸ ਕਿੱਥੋਂ ਆਣਗੇ? ਇਹ ਜ਼ਮੀਨ ਫालतू ਪਈ ਹੈ, ਇੰਨਾ ਤੇ ਰੈਵਨਿਊ ਵੀ ਯੀਲਡ ਨਹੀਂ ਕਰ ਰਹੀ, ਤੁਸੀਂ ਜੇ ਇਹਨੂੰ ਠੇਕੇ ਤੇ ਦੇ ਵੀ ਦਿੰਦੇ ਹੋ ਤਾਂ ਉਹਨਾਂ ਪੈਸਾ ਤਾਂ ਦਲਿਤ ਨੂੰ ਨਹੀਂ ਮਿਲਦਾ, ਉਹਦਾ ਵੀ ਗੁਜ਼ਾਰੇ ਜੋਗਾ ਚੱਲਦਾ। ਜੇ ਉੱਥੇ ਕੋਈ ਕਾਰਖਾਨਾ ਲੱਗ ਜਾਏਗਾ, ਕੋਈ ਮੈਨੂਫੈਕਚਰਿੰਗ ਸਰਵਿਸਿਜ਼ ਸੈਕਟਰ ਦੀ ਇੰਡਸਟਰੀ ਆ ਜਾਏਗੀ ਤਾਂ ਉਹਦੇ ਬੱਚਿਆਂ ਨੂੰ ਜੌਬਸ ਮਿਲੇਗਾ। ਆਮ ਸ਼ਹਿਰੀ ਵਿਅਕਤੀ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਇਹਦੇ ਵਿੱਚ ਕੋਈ ਲੌਜਿਕ ਜਾਪਦਾ ਹੈ। ਤੁਸੀਂ ਕਿਸ ਬਿਨਾਂ ਤੇ ਇਹਨੂੰ ਅਪੋਜ਼ ਕਰ ਰਹੇ ਹੋ ਕਿ ਇਹਦੀਆਂ ਕੁਝ ਇਹੋ ਜਿਹੇ ਵੀ ਐਸਪੈਕਟਸ ਨੇ ਜਿਹੜੇ ਤੁਹਾਨੂੰ ਠੀਕ ਲੱਗ ਰਹੇ ਨੇ ਤੇ ਪਾਲਿਸੀ ਨੂੰ ਸੁਧਾਰਿਆ ਜਾ ਸਕਦਾ? ਦੇਖੋ ਜੀ, ਬਿਲਕੁਲ ਇਹ ਪਾਲਿਸੀ ਜਿਹੜੀ ਦਲਿਤਾਂ ਦੇ ਜੇ ਪੱਖ ਤੋਂ ਗੱਲ ਕਰਨੀ ਹੋਵੇ ਤਾਂ ਬਿਲਕੁਲ ਨਹੀਂ ਤਾਂ ਪੂਰੇ ਪਿੰਡ ਦੇ ਪੱਖ ਤੋਂ ਹੀ ਗੱਲ ਕਰਦੇ ਆਪਾਂ ਜੇ, ਕਿਉਂਕਿ ਦਲਿਤ ਉਹਦਾ ਪਾਰਟੀ ਨਾਲ ਇੰਟੈਗਰਲ ਜਿਹੜੇ ਦਲਿਤ ਵਰਗ ਆ ਉਹ ਕਾਫੀ ਲੰਬੇ ਸਮੇਂ ਤੋਂ ਇਸ ਜ਼ਮੀਨ ਤੋਂ ਵਾਂਝਾ, ਤਾਂ ਇਹ ਜਿਹੜਾ ਤੀਜਾ ਹਿੱਸਾ ਹੈਗਾ ਅੱਜ ਉਹਦੇ ਤੇ ਜਦੋਂ ਉਹ ਆਪਣੇ ਪਸ਼ੂਆਂ ਜੋਗਾ ਹਰਾ ਚਾਰਾ ਕਰਨ ਜੋਗਾ ਥੋੜਾ ਹੋਇਆ ਕਿ ਉਹ ਉਹਨਾਂ ਦਾ ਸਹਿਕਾਰੀ ਧੰਦਾ ਮੁੜ ਤੋਂ ਸ਼ੁਰੂ ਹੋਇਆ। ਜਿਨ੍ਹਾਂ ਪਿੰਡਾਂ 'ਚ ਪੰਚਾਇਤੀ ਜ਼ਮੀਨ ਲੈਣ 'ਚ ਕਾਮਯਾਬ ਹੋਏ ਨੇ ਉਹ ਉਹਨਾਂ ਦਾ ਸਹਿਕਾਰੀ ਧੰਦਾ, ਇਹਦੇ ਨਾਲ ਜਿਹੜਾ ਇਹ ਜੇ ਐਕਟ ਲਾਗੂ ਹੁੰਦਾ ਤਾਂ ਉਹ ਧੰਦਾ ਜਿਹੜਾ ਉਹਨਾਂ ਦਾ ਬੰਦ ਹੋ ਜਾਣਾਗਾ। ਦੂਜੀ ਗੱਲ, ਜਿਹੜਾ ਕਹਿੰਦੇ ਨੇ ਮਤਲਬ ਇਹ ਦਲੀਲ ਆਉਂਦੀ ਹੈ ਕਿ ਰੋਜ਼ਗਾਰ ਮਿਲੂਗਾ, ਬੜੀ ਬੇਹੁਦਾ ਤੇ ਬਕਵਾਸ ਹੀ ਲੱਗਦੀ ਹੁੰਦੀ ਹੈ ਸਾਨੂੰ ਤਾਂ। ਵੀ ਪਹਿਲਾਂ ਮਤਲਬ ਬਿਲਕੁਲ ਪਹਿਲਾਂ ਕਿੰਨਾ ਜ਼ਿਆਦਾ ਤੁਸੀਂ ਜ਼ਮੀਨ ਅਕਵਾਇਰ ਕੀਤੀ ਹੈ, ਅੱਜ ਤੱਕ ਤੁਸੀਂ ਇੱਕ ਜਗ੍ਹਾ ਵੀ, ਜਿਹੜਾ ਜਿਵੇਂ ਪਹਿਲਾਂ ਹਮੀਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਇੱਕ ਜਗ੍ਹਾ ਦੀ ਉਦਾਹਰਨ ਦੱਸ ਦਿਓ ਕਿ ਤੁਸੀਂ ਉੱਥੇ ਰੋਜ਼ਗਾਰ ਇਤਰਾਜ਼ ਹੈ ਵੀ ਪਹਿਲਾਂ ਕਿਉਂਕਿ ਸਕਸੈਸਫੁਲ ਨਹੀਂ ਰਿਹਾ, ਇਸ ਕਰਕੇ ਇੰਟੈਂਸ਼ਨ ਤੇ ਸ਼ੱਕ ਹੈ। ਏਜੰਡਾ ਇਹ ਆ ਕਿ ਜੇ ਇਹਨਾਂ ਦਾ ਏਜੰਡਾ ਸਿਰਫ ਜ਼ਮੀਨ ਨੂੰ ਹਥਿਆ ਕੇ ਆਪਣੇ ਮੰਤਰੀਆਂ ਨੂੰ, ਆਪਣੇ ਸਹਿਭਾਗੀਆਂ ਨੂੰ ਦੇ ਕੇ, ਆਪਣੀ ਕੰਪਨੀਆਂ ਦਾ ਸ਼ੋਅ ਕਰਕੇ ਇਹਨਾਂ ਨੇ ਜ਼ਮੀਨ ਆਪਦੇ ਹੱਥਾਂ 'ਚ ਲੈਣੀ ਆ। ਪਹਿਲਾਂ ਵੀ ਇਹਨਾਂ ਨੇ ਇਦਾਂ ਇਨਕੁਆਇਰੀ ਕੀਤੀਆਂ ਨੇ, ਹੁਣ ਵੀ, ਕਿਉਂਕਿ ਜਦੋਂ ਇਹ ਜ਼ਮੀਨ ਦਾ ਮੁੱਦਾ ਅੱਜ ਬਣ ਰਿਹਾ ਕਿ ਲੋਕ ਅੱਜ 33% ਹਿੱਸਾ ਆਪਦੇ ਰੋਜ਼ਗਾਰ ਲਈ ਮੰਗ ਰਹੇ ਨੇ, ਕਿਉਂਕਿ ਉਹ ਵੀ ਤਾਂ ਰੋਜ਼ਗਾਰ ਦਾ ਹਿੱਸਾ ਹੀ ਹੈ ਨਾ। ਜਿਹੜਾ ਸ਼ੱਕ ਹੈ ਉਹ ਇੰਟੈਂਸ਼ਨ ਤੇ ਹੈ, ਨੀਅਤ ਤੇ ਸ਼ੱਕ ਹੈ। ਬਿਲਕੁਲ ਨੀਤੀ 'ਚ ਵੀ ਕੋਈ ਪ੍ਰੋਬਲਮ ਹੈ, ਨੀਤੀ 'ਚ ਵੀ ਕੋਈ ਪ੍ਰੋਬਲਮ ਹੈ। ਨਹੀਂ, ਵੈਸੇ ਤਾਂ ਨੀਅਤ ਤੇ ਨਹੀਂ ਕਰ ਲਏ ਤੇ, ਕਿਉਂਕਿ ਹਮੀਰ ਜੀ ਕਹਿ ਰਹੇ ਨੇ ਨੀਤੀ ਦੇ ਵਿੱਚ ਵੀ ਪ੍ਰੋਬਲਮ ਹੈ। ਬਿਲਕੁਲ, ਜਿਹੜੀ ਸਾਰੀ ਪਾਲਿਸੀ ਹੈ ਉਹ ਉਹਨਾਂ ਦੀਆਂ ਨੀਤ ਲਈ ਬਣਾਈ ਗਈ ਹੈਗੀ। ਜਿਹੜੇ ਉਹਨਾਂ ਦੇ ਮੰਤਰੀ ਨੇ ਸਾਰੇ, ਉਹ ਇਸ ਜ਼ਮੀਨ ਨੂੰ ਜਿਹੜਾ ਆਪਦਾ ਹਥਿਆਉਣਾ ਚਾਹੁੰਦੇ ਨੇ, ਖਾਸ ਕਰਕੇ ਜਿਹੜੀ ਆਪਣੀ ਰਾਜਪੁਰੇ ਦੇ ਨੇੜਲੀ ਜਿਹੜੀ ਜ਼ਮੀਨ ਆ ਉਹਨਾਂ ਦੀ ਇਹਦੇ ਤੇ ਆਖਿਆ ਉਹ ਸਭ ਤੋਂ ਪਹਿਲਾਂ ਇੱਥੇ ਜਿਹੜਾ ਵਾਰ ਕਰਨਗੇ। ਤੇ ਉਹ ਜਿਹੜੀ ਵੱਡੀ ਕਿਸਾਨੀ ਉੱਥੇ ਅੱਜ ਰੋਜ਼ਗਾਰ ਕਰਦੀ ਹੈ, ਆਪਣਾ ਘਰ-ਬਾਰ ਚਲਾ ਰਹੀ, ਉਹਨਾਂ ਦੇ ਢਿੱਡ ਤੇ ਲੱਤ ਮਾਰਨ ਵਾਲੀ ਸਾਰੀ ਪਾਲਿਸੀ। ਰਾਜੇਵਾਲ ਜੀ, ਇਹਦੇ ਨਾਲ ਕਿਸ ਤਰ੍ਹਾਂ ਡੀਲ ਕਰੋਗੇ? ਸਰਕਾਰ ਦੇ ਇੱਕ ਆਰਗੂਮੈਂਟਸ ਨੇ ਕਿ ਖੇਤੀ ਤਾਂ ਇੰਨਾ ਲਾਹੇਵੰਦ ਧੰਦਾ ਨਹੀਂ ਹੈਗੀ ਨਾ। ਆਫਟਰ ਆਲ ਬਹੁਤ ਸਾਰੇ ਐਕਸਪਰਟਸ ਵੀ, ਮੈਨੂੰ ਪਤਾ ਹਮੀਰ ਜੀ ਦੇ ਬਹੁਤ ਸਾਰੇ ਇਖਤਲਾਫਾਤ ਨੇ ਉਹਨਾਂ ਦੇ ਨਾਲ, ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਲੜ ਲਓ, ਇਵੈਂਚੁਅਲੀ ਸਾਰੀ ਦੁਨੀਆ ਖੇਤੀ ਤੋਂ ਅਰਬਨਾਈਜੇਸ਼ਨ ਵੀ ਹੋਣੀ ਹੈ ਤੇ ਇੰਡਸਟਰੀਅਲਾਈਜੇਸ਼ਨ ਵੱਲ ਵੀ ਜਾਣਾ ਹੀ ਜਾਣਾ ਹੈ। ਤੇ ਜਿਹੜੀਆਂ ਫੂਡ ਗਰੋਇੰਗ ਪਾਲਿਸੀਜ਼ ਨੇ ਉਹ ਵੀ ਚੇਂਜ ਹੋ ਰਹੀਆਂ ਨੇ। ਇਹ ਕਿਹੜੇ ਜੋਤਸ਼ੀ ਨੇ ਦੱਸਿਆ ਵੀ ਜਾਣਾ ਹੀ ਜਾਣਾ ਹੈ? ਜਿੰਨੇ ਕੋ ਜੋਤਸ਼ੀ, ਕਿਉਂ ਦੁਨੀਆ ਬਰਾਬਰ ਜਿਹਦਾ ਪੱਠਾ ਬਿਠਾ ਲਿਆ এনवायरमेंट ਦਾ, ਸਾਰੇ ਲੋਕ ਪੈਰਿਸ 'ਚ ਮਿਲਦੇ ਨੇ। ਜਤਿੰਦਰ ਜੀ ਦੀ ਡੋਮੇਨ ਦੇ ਵਿੱਚ ਜਿੰਨੇ ਕੋ ਜੋਤਸ਼ੀ ਨੇ ਪੋਲੀਟੀਕਲ ਸਾਇੰਸ ਦੇ ਵਿੱਚ ਤੇ ਜਿੰਨੇ ਕੋ ਇਕਨੋਮਿਕਸ ਵਿੱਚ ਨੇ, ਉਹ ਸਾਰੇ ਜੋਤਸ਼ੀ ਤਾਂ ਇਹੀ ਦੱਸਦੇ ਨੇ। ਦੁਨੀਆ ਸਾਹਮਣੇ ਦੇਖ ਕੇ ਚੰਦ ਲੋਕਾਂ ਨੂੰ ਛੱਡ ਕੇ ਮੱਛੀ ਹੁਣ ਤਾਂ ਪੱਥਰ ਚੱਟਣ ਤੱਕ ਚਲੀ ਗਈ ਹੈ। ਹਾਂ, ਹੁਣ ਪੱਥਰ ਚੱਟ ਕੇ ਵੀ ਜੇ ਸਮਝ ਆਇਆ, ਅੱਗੇ ਲੋਕ ਕਹਿੰਦੇ ਸੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਹੁਣ ਤਾਂ ਪੱਥਰ ਵੀ ਚੱਟ ਲਿਆ, ਉਦੋਂ ਬਾਅਦ ਤਾਂ ਦਿਖਣਾ ਚਾਹੀਦਾ ਕਿ ਇਹਦੇ ਚ ਸੇਫਗਾਰਡਸ ਕੀਤੇ ਜਾ ਸਕਦੇ ਨੇ ਕਿ ਕਿਹੜੇ ਲੋਕਾਂ ਨੂੰ ਲੱਗੇ, ਕਿਹੜੇ MSMEs ਹੋਣ। ਤੇ ਮੈਂ ਇੱਕ ਇਹ ਵੀ ਗੱਲ ਪੁੱਛਣਾ ਚਾਹ ਰਿਹਾ ਨਾਲ ਹੀ ਤੁਹਾਨੂੰ ਕਿ ਉਹ ਅੰਗਰੇਜ਼ੀ ਚ ਕਹਿੰਦੇ ਨੇ ਡੇਵਿਲ ਇਜ਼ ਇਨ ਦਾ ਡਿਟੇਲ, ਐਕਚੁਅਲੀ
ਕਿ ਕਿਹੜੀ ਜ਼ਮੀਨ ਦੇਣੀ ਹੈ। ਪੰਚਾਇਤ ਇਹ ਫੈਸਲਾ ਕਰ ਸਕਦੀ ਹੈ ਕਿ ਭਾਈ ਇਹ ਇੰਨਾ ਪਾਰਟ ਅਸੀਂ ਦਲਿਤ ਨੂੰ ਦਿੰਦੇ ਆ, ਇਹਦੇ ਵਿੱਚੋਂ ਨਹੀਂ ਦਿਆਂਗੇ, ਇਹ ਸਾਡੇ ਕੋਲ ਫालतू ਪਈ ਹੈ, ਇਹ ਵਾਲੀ ਦੇ ਦਿਆਂਗੇ। ਸੋਚ ਸਮਝ ਕੇ ਜੋ ਜ਼ਮੀਨ ਦਿੱਤੀ ਜਾਵੇ ਤਾਂ ਕੀ ਇਸ ਪਾਲਿਸੀ ਨੂੰ ਚੰਗੇ ਤਰੀਕੇ ਨਹੀਂ ਲਾਗੂ ਕੀਤਾ ਜਾ ਸਕਦਾ? ਨਹੀਂ, ਪਹਿਲਾਂ ਸਮਝਣਾ ਪਏਗਾ ਵੀ ਇਹ ਜ਼ਮੀਨਾਂ ਕਿਉਂ ਲੋਕਾਂ ਨੇ ਸਦੀਆਂ ਤੋਂ ਇਸ ਤਰ੍ਹਾਂ ਦਾ ਇਹ ਸਿਸਟਮ ਕਿਉਂ ਰੱਖਿਆ ਹੋਇਆ ਹੈ। ਇਨ ਰੀਅਲ ਸੈਂਸ ਇਹ ਜਿਹੜੀ ਜ਼ਮੀਨ ਹੈ ਪੰਚਾਇਤ ਦੇ ਕੋਲ, ਇਹ ਪਿੰਡ ਦੀ ਸੋਸ਼ਲ ਸਿਕਿਉਰਿਟੀ ਹੈ। ਕੱਲਾ ਦਲਿਤ ਨਹੀਂ, ਗਰੀਬ ਕਿਸਾਨ ਜਿਹੜੇ ਨੇ ਉਹ ਵੀ ਜ਼ਮੀਨ ਠੇਕੇ ਤੇ ਲੈ ਕੇ ਆਪਣਾ ਗੁਜ਼ਾਰਾ ਕਰਦੇ ਨੇ। ਹੁਣ ਅੱਜ ਦੇ ਸਮੇਂ 'ਚ ਜਿਸ ਤਰ੍ਹਾਂ ਜ਼ਮੀਨਾਂ ਦੇ ਟੁਕੜੇ ਹੋ ਕੇ ਛੋਟੀ ਹੋਲਡਿੰਗਸ ਰਹਿ ਗਈਆਂ, ਉਹ ਇਹੋ ਜਿਹੀਆਂ ਜ਼ਮੀਨਾਂ ਲੈ ਕੇ ਠੇਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ। ਜਿੱਥੇ ਤੱਕ ਫਿਰ ਇਹ ਤੋਂ ਅੱਗੇ ਇੱਕ ਹੋਰ ਵੀ ਹੈ, ਜਦੋਂ ਮੁਰੱਬੇਬੰਦੀ ਹੋਈ ਉਸ ਵੇਲੇ ਸਾਰੇ ਪਿੰਡਾਂ ਨੇ, ਸਾਰੇ ਪੰਜਾਬ ਵਿੱਚ ਇੱਕ ਪੈਟਰਨ ਸੀ, ਇੱਕ ਖਾਸ ਰੇਸ਼ੋ ਦੇ ਨਾਲ ਹਰ ਇੰਡੀਵਿਜੂਅਲ ਦੀ ਜ਼ਮੀਨ ਚੋਂ ਕੱਟ ਲਾ ਕੇ ਉਹਨੂੰ ਜੁਮਲਾ ਮਾਲਕਾਨ ਦਾ ਖਾਤਾ ਰੱਖਿਆ। ਉਹ ਜ਼ਮੀਨ ਪੰਚਾਇਤਾਂ ਕੋਲ ਹੈ, ਕਿਉਂਕਿ ਸੁਪਰੀਮ ਕੋਰਟ ਦਾ ਇੱਕ ਰੂਲਿੰਗ ਆ ਗਈ। ਉਹ ਤੋਂ ਬਾਅਦ ਉਹ ਜੁਮਲਾ ਮਾਲਕਾਨ ਨੂੰ ਤੋਂ ਪਹਿਲਾਂ ਵੰਡੀਆਂ ਵੀ ਗਈਆਂ ਕੁਝ ਪਿੰਡਾਂ ਦੇ ਵਿੱਚ, ਪਰ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਤੋਂ ਬਾਅਦ ਉਹਦੀ ਵੀ ਮਾਲਕ ਹੁਣ ਪੰਚਾਇਤ ਹੋ ਗਈ। ਹੁਣ ਜਿਨ੍ਹਾਂ ਨੇ ਸਦੀਆਂ ਤੋਂ ਸਾਡੇ ਪੂਰਵਜਾਂ ਨੇ ਇਹ ਸਿਸਟਮ ਚਲਾਇਆ ਸੀ, ਉਹ ਐਡੇ ਮੂਰਖ ਤਾਂ ਹੈ ਨਹੀਂ ਸੀ। ਤੇ ਅੱਜ ਇਹ ਕਹਿੰਦੇ ਨੇ ਵੀ ਅਸੀਂ ਇਹਨੂੰ ਤੋੜ ਕੇ ਅਸੀਂ ਇੱਥੇ ਇੰਡਸਟਰੀ ਲਾਉਣੀ ਹੈ, ਤੁਹਾਨੂੰ ਰੁਜ਼ਗਾਰ ਦੇਣਾ ਹੈ। ਜੇ ਸਹੀ ਅਰਥਾਂ ਵਿੱਚ ਦੇਖਿਆ ਜਾਏ ਤਾਂ ਅੱਜ ਦਾ ਪੋਲੀਟੀਸ਼ੀਅਨ ਕੋਈ ਲੋਕਾਂ ਦਾ ਹਿਤੈਸ਼ੀ ਨਹੀਂ ਹੈ। ਇਹ ਨਹੀਂ ਮੈਨੂੰ ਪਤਾ। ਨਹੀਂ, ਮੈਂ ਜਿਹੜੀ ਗੱਲ, ਰਿਐਲਿਟੀ ਇਹ ਹੈ ਵੀ ਕੋਈ ਜਦੋਂ ਸੱਤਾ ਹਥਿਆਉਣੀ ਹੁੰਦੀ ਆ, ਉਦੋਂ 4 ਦਿਨ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਨੇ, ਮੁੜ ਕੇ ਇਹੋ ਜਿਹੀਆਂ ਇਨਹੈਰੈਂਟ ਬਾਇਸ ਜਿਹੜਾ ਤੁਹਾਡਾ ਪੋਲੀਟੀਸ਼ੀਅਨ ਨਾਲ ਵੱਖਰੀ ਗੱਲ, ਮਾੜੀ ਕ੍ਰੌਪ ਹੈ ਪੋਲੀਟੀਸ਼ੀਅਨਸ ਦੇ ਅੱਜ ਦੇ ਯੁੱਗ ਦੀ ਵੱਖਰੀ ਗੱਲ ਹੈ। ਜੇ ਇੰਡਸਟਰੀ ਲਾਉਣੀ ਹੈ, ਪਹਿਲੀ ਤਾਂ ਅਸੀਂ ਸਾਂਭ ਨਹੀਂ ਸਕੇ। ਇੰਡਸਟਰੀ ਵਿੱਚ ਜਿਹੜੀ ਜ਼ਮੀਨ ਹੈ ਕੋਈ ਬਹੁਤ ਵੱਡਾ ਕੰਪੋਨੈਂਟ ਨਹੀਂ ਹੁੰਦਾ। ਜੇ ਕੋਈ ਇਮਾਨਦਾਰੀ ਨਾਲ ਲਾਉਣਾ ਚਾਹੁੰਦਾ ਇੰਡਸਟਰੀ ਵਾਲਾ, ਇਹ ਕੋਈ ਬਹੁਤ ਵੱਡਾ ਕੰਪੋਨੈਂਟ ਨਹੀਂ ਹੁੰਦਾ। ਅੱਜ ਦੇ ਐਕਟ ਦੇ ਮੁਤਾਬਕ ਜੇ ਮਹਿੰਗੀ ਵੀ ਹੋ ਗਈ ਤਾਂ ਉਹਦੇ ਜਿਹੜੇ ਖਰਚੇ ਨੇ ਇੰਡਸਟਰੀ ਦੇ ਹੋਰ ਬਹੁਤ ਸਾਰੇ ਹੁੰਦੇ ਨੇ। ਤਾਂ ਇਹ ਸਿਰਫ ਜਿਹੜੀ ਹੈ ਇੱਕ ਸਾਜ਼ਿਸ਼ ਹੈ। ਤੁਹਾਡਾ ਕਹਿਣਾ ਹੈ ਵੀ ਗੱਲ ਇੰਡਸਟਰੀ ਨਹੀਂ ਹੈ, ਗੱਲ ਜ਼ਮੀਨ ਹੈ। ਗੱਲ ਜ਼ਮੀਨ, ਨੌਕਰੀਆਂ ਨਹੀਂ ਦੇਣੀਆਂ, ਜ਼ਮੀਨਾਂ ਲੈਣੀਆਂ ਨੇ। ਇੱਕ ਸਮਾਂ ਲੰਘਾਉਣਾ ਹੈ। ਇਹ ਚਰਚਾ ਵਿੱਚ ਉਹਨਾਂ ਨੇ ਸਾਲ ਇੱਕ ਹੋਰ ਲੰਘਾ ਲੈਣਾ, ਲੱਗਣੀ ਕੋਈ ਇੰਡਸਟਰੀ ਨਹੀਂ, ਔਰ ਇਹਨਾਂ ਨੇ ਜ਼ਮੀਨ ਹਥਿਆਉਣੀਆਂ ਆਪਣੇ ਚਹੇਤਿਆਂ ਨੂੰ ਅਲਾਟ ਕਰ ਦੇਣੀ। ਪਤਾ ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਸਰਕਾਰ ਇਹ ਕਹਿ ਰਹੀ ਹੈ ਵੀ ਇਹ ਜ਼ਮੀਨ ਲੈਣੀ ਹੈ ਵਾਇਆ ਪੰਚਾਇਤ ਲਵਾਂਗੇ, ਪੈਸੇ ਇਸ ਤਰੀਕੇ ਨਾਲ ਦਿਆਂਗੇ। ਉਹ ਧੋਖਾ ਨਹੀਂ ਕਰ ਰਹੇ, ਉਹ ਪਹਿਲਾਂ ਹੀ ਕਹਿ ਰਹੇ ਨੇ 25% ਪਹਿਲਾਂ ਪੈਸੇ ਦਿਆਂਗੇ। ਪੰਚਾਇਤ ਮੰਨੇਗੀ, ਪੰਚਾਇਤ ਵੇਚੇਗੀ ਤਾਂ ਕੋਈ ਜ਼ਮੀਨ ਲਵੇਗਾ ਨਾ। ਇਹ ਇਹਨਾਂ ਨੇ ਸਕੀਮ ਅਨਾਉਂਸ ਕੀਤੀ ਹੈ, ਇਹਦੇ ਨਾਲ ਇਹ ਪਿੰਡਾਂ 'ਚ ਹਲਚਲ ਹੋ ਗਈ ਹੈ। ਸਕੀਮ ਤਾਂ ਕੈਬਨਿਟ ਨੇ ਅਪਰੂਵਲ ਦੇ ਦਿੱਤੀ ਹੈ, ਪ੍ਰਿੰਸੀਪਲ ਅਪਰੂਵਲ ਹੈਗੀ ਹੈ। ਚੰਡੀਗੜ੍ਹ 'ਚ ਬੈਠੇ ਦੇਤੀ ਨਾ ਅਪਰੂਵਲ, ਜਦੋਂ ਫੀਲਡ ਵਿੱਚ ਜਾਣਗੇ ਜਦੋਂ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਮੈਂ ਬ੍ਰੇਕ ਤੋਂ ਵਾਪਸ ਆ ਕੇ ਪੋਲੀਟੀਕਲ ਸਾਇੰਟਿਸਟ ਕੋਲ ਜਾਣਾ ਵੀ ਇਹਦੀ ਜਿਹੜੀ ਹੈ ਇਹਦੀ ਰਾਜਨੀਤੀ ਕੀ ਹੈ। ਇਹ ਜਿੱਥੇ ਇਹ ਇਕਨੋਮਿਕਸ ਤੇ ਸੋਸਾਇਟੀ ਤੇ ਪੋਲਿਟਿਕਸ ਆਪਸ ਵਿੱਚ ਮਿਲ ਰਹੇ ਨੇ, ਉੱਥੇ ਫੀਲਡ ਤੇ ਜਿੱਥੇ ਤੁਸੀਂ ਡਰਾਵੇ ਦੇ ਰਹੇ ਹੋ ਵੀ ਸਰਕਾਰ ਆਏਗੀ ਤਾਂ ਪਤਾ ਨਹੀਂ ਲੋਕਾਂ ਨੇ ਸਰਕਾਰ ਦੇ ਗਿਰੇਬਾਨ ਨੂੰ ਹੱਥ ਪਾ ਲੈਣਾ, ਉੱਥੇ ਜਾ ਕੇ ਕੀ ਸਿਚੁਏਸ਼ਨ ਬਣਦੀ ਹੈ। ਵਿਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਸਰਕਾਰ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਉਦਯੋਗਪਤੀਆਂ ਨੂੰ ਦੇ ਕੇ ਪਿੰਡ ਦੇ ਵਿੱਚ ਉਦਯੋਗ ਲਾਉਣ ਦੀ ਸਕੀਮ ਬਣਾਈ ਬੈਠੀ ਹੈ। ਕੈਬਨਿਟ ਨੇ ਇਹਦੀ ਅਪਰੂਵਲ ਦੇ ਦਿੱਤੀ ਹੈ ਤੇ ਪਿੰਡ ਵਾਲੇ ਖੁਸ਼ੀ ਵਿੱਚ ਪਤਾ ਨਹੀਂ ਕਿਉਂ ਤਾੜੀਆਂ ਮਾਰਦੇ ਨਹੀਂ ਦਿਖਾਈ ਦੇ ਰਹੇ। ਉਹਦਾ ਕਾਰਨ ਲੱਭਣ ਲਈ ਸਾਡੇ ਨਾਲ ਜੁੜੇ ਨੇ ਹਮੀਰ ਸਿੰਘ ਜੀ, ਪਰਮਜੀਤ ਕੌਰ ਰੋਂਗੋਵਾਲ ਜੀ, ਬਲਬੀਰ ਸਿੰਘ ਰਾਜੇਵਾਲ ਜੀ ਅਤੇ ਜਤਿੰਦਰ ਜੀ। ਜਤਿੰਦਰ ਜੀ, ਤੁਸੀਂ ਪੋਲੀਟੀਕਲ ਸਾਇੰਟਿਸਟ ਹੋ, ਇਹ ਦੱਸੋ ਕਿ ਇਹ ਜਿਹੜਾ ਮਤ ਹੈ, ਇਹ ਸੁਪਰੀਮ ਕੋਰਟ ਨੇ ਵੀ ਆਪਣੇ ਫੈਸਲੇ ਦੇ ਵਿੱਚ ਇਹ ਲਿਖਿਆ ਸੀਗਾ ਜਿਸ ਵੇਲੇ ਇਸੇ ਤਰੀਕੇ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ, ਪਿੰਡ ਦੀ ਸ਼ਾਮਲਾਟ ਜ਼ਮੀਨ ਦੇ ਕਿਸੇ ਟੁਕੜੇ ਨੂੰ ਲੈ ਕੇ, ਤਾਂ ਇਵੈਂਚੁਅਲੀ ਕਿਉਂਕਿ ਸੁਪਰੀਮ ਕੋਰਟ ਦਾ ਆਰਡਰ ਹੈ, ਇਟਸ ਇੰਪਲੀਮੈਂਟੇਬਲ ਕੰਟਰੀ ਵਾਈਡ, ਉਹਨਾਂ ਨੇ ਕਿਹਾ ਕਿ ਸਾਡੇ ਐਂਸੈਸਟਰਸ ਕੋਈ ਬੇਵਕੂਫ ਨਹੀਂ ਸੀਗੇ, ਉਹਨਾਂ ਨੇ ਕਿਸੇ ਕਾਰਨ ਇਹ ਜ਼ਮੀਨਾਂ ਰੱਖੀਆਂ ਹੋਈਆਂ ਸੀਗੀਆਂ ਤੇ ਇਹ ਪਿੰਡ ਦੀ, ਰਾਜੇਵਾਲ ਜੀ ਕਹਿ ਰਹੇ ਨੇ, ਸੋਸ਼ਲ ਸਿਕਿਉਰਿਟੀ ਹੁੰਦੀਆਂ ਨੇ। ਪਿੰਡ ਆਪਣੀ ਸੋਸ਼ਲ ਸਿਕਿਉਰਿਟੀ ਕਿਵੇਂ ਰੱਖੇਗਾ? ਸਮੇਂ ਦੇ ਨਾਲ ਨਾਲ ਇਹਦੇ ਰੂਪ ਬਦਲਦੇ ਜਾਂਦੇ ਨੇ। ਕਦੀ ਲੋਕ ਆਪਣੇ ਦਾਣੇ ਸੰਭਾਲ ਕੇ ਰੱਖਦੇ ਸੀ, ਫਿਰ ਸੋਨਾ ਸੰਭਾਲ ਕੇ ਰੱਖਦੇ ਸੀ, ਹੁਣ ਸਟਾਕ ਐਕਸਚੇਂਜ ਦੇ ਸ਼ੇਅਰ ਸੰਭਾਲ ਕੇ ਰੱਖਦੇ ਆ। ਪਿੰਡ ਦੇ ਵਿੱਚ ਜੇ ਇਹ ਰੋਜ਼ਗਾਰ ਲੱਗਦੇ ਨੇ, ਕਾਰਖਾਨੇ ਲੱਗਦੇ ਨੇ, ਜੇ ਸਰਕਾਰ ਦੀ ਨੀਅਤ ਨੂੰ ਕਿਸੇ ਤਰੀਕੇ ਕੰਟਰੋਲ, ਸਰਕਾਰਾਂ ਦੀਆਂ ਨੀਅਤਾਂ ਤੇ ਵਾਇਆ ਰੂਲਸ, ਰੈਗੂਲੇਸ਼ਨਸ, ਕਲੌਜ਼ਸ, ਸਬ ਕਲੌਜ਼ਸ ਧਿਆਨ ਦੇ ਨਾਲ ਕੰਟਰੋਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਜੇ ਉਸ ਕਿਸਮ ਦੀ ਕਾਨੂੰਨ ਸਾਜ਼ੀ ਹੋਵੇ ਤਾਂ ਕੀ ਇਹਨਾਂ ਸ਼ਾਮਲਾਟ ਜ਼ਮੀਨਾਂ ਨੂੰ ਜਾਂ ਇਹਨਾਂ ਦੇ ਕੁਝ ਹਿੱਸੇ ਨੂੰ ਪੰਚਾਇਤਾਂ ਇਸ ਤਰੀਕੇ ਨਾਲ ਜ਼ਿਆਦਾ ਪ੍ਰੋਡਕਟਿਵ ਯੂਜ਼ ਵਿੱਚ ਲਾ ਸਕਦੀਆਂ ਨੇ? ਤੇ ਕੀ ਇਹਦੇ ਵਿੱਚੋਂ ਜਿਹੜੇ ਇਹਦੇ ਵਿੱਚੋਂ ਪੋਲੀਟੀਕਲ ਚਿਣਗਾਂ ਨਿਕਲਦੀਆਂ ਨੇ ਉਹਨਾਂ ਨਾਲ ਸਰਕਾਰ ਕਿਵੇਂ ਡੀਲ ਕਰੇਗੀ? ਤੇ ਪਿੰਡ ਆਪਣੇ ਪਾਸਟ ਦੇ ਐਕਸਪੀਰੀਅੰਸ ਨੂੰ ਲੈ ਕੇ, ਕਿਉਂਕਿ ਉਹਨੂੰ ਪਹਿਲਾਂ ਕੋੜਾ ਕੁੱਟ ਭਰਿਆ ਹੋਇਆ ਪਿੰਡ ਨੇ, ਉਹ ਕਹਿੰਦੇ ਹੁੰਦੇ ਨੇ ਕਿ ਹੁੰਦਾ ਨਾ ਮੁਹਾਵਰਾ ਕਿ ਦੁੱਧ ਦਾ ਜਲਿਆ ਤੇ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ। ਕੀ ਪਿੰਡ ਦੀ ਪ੍ਰੋਬਲਮ ਕੀ ਇਹ ਹੈ? ਦੇਖੋ ਜੀ, ਤੁਸੀਂ ਕਹਿ ਰਹੇ ਹੋ ਬਾਰ-ਬਾਰ ਸਰਕਾਰ, ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਇਹ ਸਰਕਾਰ ਕੋਈ ਕੰਮ ਵੀ ਕਰ ਰਹੀ ਹੈ। ਸਰਕਾਰ ਹੈਗੀ ਵੀ ਹੈ, ਇਹ ਤਾਂ ਨੌਕਰਸ਼ਾਹੀ ਹੈ, ਅਫਸਰਸ਼ਾਹੀ ਹੈ ਜਿਹੜੀ ਸਰਕਾਰ ਦੇ ਜ਼ਰੀਏ ਕੰਮ ਕਰਾ ਰਹੀ ਹੈ। ਸਰਕਾਰ ਦਾ ਸਿਰਫ ਮਤਲਬ ਇਹ ਰਹਿ ਗਿਆ
ਪਾਰਟੀਆਂ ਦਾ ਵੀ ਤੁਸੀਂ ਚੋਣਾਂ ਜਿੱਤੋ ਤੇ ਚੋਣਾਂ ਜਿੱਤ ਕੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਇਹਦੇ 'ਚ ਦੋ ਬਹੁਤ ਅਹਿਮ ਮੁੱਦੇ ਨੇ। ਇੱਕ ਅਹਿਮ ਮੁੱਦਾ ਹੈਗਾ ਵੀ ਸਰਕਾਰ ਇਹ ਬਾਰ-ਬਾਰ ਕਹਿ ਰਹੀ ਹੈ ਵੀ ਅਸੀਂ ਇੰਡਸਟਰੀਆਂ ਲਾਉਣੀਆਂ ਨੇ, ਰੁਜ਼ਗਾਰ ਦੇਣਾ। ਮੈਂ ਪਿਛਲੇ ਕੁਝ ਸਮਿਆਂ ਦੀਆਂ ਜਿਹੜੀਆਂ ਅਖਬਾਰ ਦੀਆਂ ਰਿਪੋਰਟਾਂ ਨੇ, ਅਖਬਾਰ ਦੀਆਂ ਰਿਪੋਰਟਾਂ ਇਹ ਕਹਿ ਰਹੀਆਂ ਨੇ ਵੀ 2007 ਤੋਂ ਲੈ ਕੇ 2015 ਤੱਕ, ਉਦੋਂ ਅਕਾਲੀਆਂ ਦੀ ਸਰਕਾਰ ਹੈ ਜੀ ਜੀ, ਘੱਟੋ ਘੱਟ 18,770 ਜਿਹੜੀਆਂ ਇੰਡਸਟਰੀਅਲ ਯੂਨਿਟ ਨੇ ਉਹ ਬੰਦ ਹੋ ਗਈਆਂ, ਕੱਲੀਆਂ ਪੰਜਾਬ ਦੀਆਂ। 2018 ਇਹ ਕਾਂਗਰਸ ਦੀ ਸਰਕਾਰ ਹੈ। ਰਿਪੋਰਟ ਇਹ ਕਹਿ ਰਹੀ ਹੈ ਬਈ 215 ਯੂਨਿਟ ਕੱਲੀਆਂ ਲੁਧਿਆਣੇ 'ਚ ਬੰਦ ਹੋ ਗਈਆਂ, ਕਾਰਾ ਕੰਟੀਨਿਊਸ, ਹਾਂ, ਕੱਲੀਆਂ ਲੁਧਿਆਣੇ 'ਚ ਬੰਦ ਹੋ ਗਈਆਂ। 5000 ਦੇ ਕਰੀਬ ਜਿਹੜੀਆਂ ਐਸਟੈਬਲਿਸ਼ਮੈਂਟਸ ਨੇ, ਜਿਵੇਂ ਜਿਨ੍ਹਾਂ 'ਚ ਹੋਟਲ ਲਾ ਲਓ, ਦੁਕਾਨਾਂ ਲਾ ਲਓ, ਰੈਸਟੋਰੈਂਟ ਲਾ ਲਓ, ਉਹ ਬੰਦ ਹੋ ਗਏ। ਹੁਣ ਇਹਦੇ 'ਚ ਜਿਹੜਾ ਇੱਕ ਹੋਰ ਬਹੁਤ ਫੈਕਟ ਹੈ ਜਿਹੜਾ ਇੰਪੋਰਟੈਂਟ ਹੈ ਤੇ ਜਿਹੜਾ ਹੈਰਾਨੀਜਨਕ ਵੀ ਹੈ ਤੇ ਸਾਨੂੰ ਚਿੰਤਾ ਵੀ ਇਹਦੇ ਤੇ ਕਰਨੀ ਚਾਹੀਦੀ ਹੈ। ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀ ਐਸੋਸੀਏਸ਼ਨ ਵੀ ਜਿਹੜੀਆਂ ਛੋਟੀਆਂ ਸਨਅਤਾਂ ਦੀ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਵੀ 1500 ਤੋਂ ਲੈ ਕੇ 2000 ਤੱਕ ਯੂਨਿਟ ਬੰਦ ਹੋ ਚੁੱਕੀਆਂ ਨੇ 2018, ਕੱਲੀਆਂ 2018 ਦੇ ਵਿੱਚ। ਤੇ ਇਸ ਕਰਕੇ ਤਾਂ ਨਹੀਂ ਬੰਦ ਹੋਈਆਂ ਵੀ ਜ਼ਮੀਨਾਂ ਹੈ ਨਹੀਂ ਸੀ ਉਹਨਾਂ ਕੋਲ, ਉਹ ਇਸ ਕਰਕੇ ਤਾਂ ਬੰਦ ਨਹੀਂ ਹੋਈਆਂ ਵੀ ਜ਼ਮੀਨਾਂ ਨਹੀਂ ਹੈਗੀਆਂ। ਹੁਣ ਤੁਸੀਂ ਇਹਦਾ ਇੱਕ ਹਿਸਾਬ ਕਿਤਾਬ ਲਾ ਕੇ ਦੇਖੋ ਵੀ ਜਿਹੜੀਆਂ ਸਾਡੇ ਕੋਲੇ ਯੂਨਿਟ ਆਲਰੇਡੀ ਹੈਗੀਆਂ ਨੇ, ਉਹ ਯੂਨਿਟ ਤਾਂ ਬੰਦ ਹੋ ਰਹੀਆਂ ਨੇ ਕਿਉਂਕਿ ਅਸੀਂ ਉਸ ਕਿਸਮ ਦਾ ਮਾਹੌਲ ਨਹੀਂ ਬਣਾ ਪਾ ਰਹੇ ਤੇ ਅਸੀਂ ਨਵੀਆਂ ਇੰਡਸਟਰੀਆਂ, ਨਵੀਆਂ ਯੂਨਿਟ, ਨਵੇਂ ਅਦਾਰੇ ਕਿੱਥੇ ਲਾਉਣੇ ਨੇ, ਇੱਕ ਗੱਲ। ਦੂਜੀ ਗੱਲ ਇਹ ਵੀ ਜਿਹੜਾ ਇਹ ਪੰਚਾਇਤੀ ਜ਼ਮੀਨਾਂ ਜਿਹਨੂੰ ਦੇਣੀਆਂ ਨੇ ਉਹ ਹੈਗਾ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ, PSIEC, ਠੀਕ ਹੈ ਜੀ। ਹੁਣ PSIEC ਤੇ 2018 ਚ ਅਪ੍ਰੈਲ ਚ ਵਿਜੀਲੈਂਸ ਬਿਊਰੋ ਦੀ ਰਿਪੋਰਟ ਜਾਰੀ ਹੋਈ। ਇਹ ਇਸੀ ਸਰਕਾਰ ਨੇ 2018 ਚ ਵਿਜੀਲੈਂਸ ਬਿਊਰੋ ਨੂੰ ਇੱਕ ਕੇਸ ਦਿੱਤਾ। ਕੇਸ ਇਹ ਹੈ ਵੀ 2007 ਤੋਂ ਲੈ ਕੇ ਇਹਨਾਂ ਤੇ ਇਹ ਇਲਜ਼ਾਮ ਲੱਗਦਾ ਰਿਹਾ ਵੀ ਇਹ ਪਲਾਟਾਂ ਦੀ ਵੰਡ ਨੂੰ ਨਹੀਂ ਠੀਕ ਤਰੀਕੇ ਨਾਲ ਕਰ ਰਹੀਆਂ। ਵਿਜੀਲੈਂਸ ਬਿਊਰੋ ਨੇ ਆਪਣੀ ਰਿਪੋਰਟ ਸਰਕਾਰ ਨੂੰ ਦਿੱਤੀ ਮਨਜ਼ੂਰੀ ਵਾਸਤੇ। ਸਰਕਾਰ ਨੇ ਕੀ ਕਰਿਆ, 3 IAS ਅਫਸਰਾਂ ਦੀ ਇੱਕ ਕਮੇਟੀ ਬਣਾਈ ਜੀ। ਉਸ ਕਮੇਟੀ ਦੇ ਜ਼ਰੀਏ ਇਸ ਮਸਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਮ ਆਦਮੀ ਪਾਰਟੀ ਨੇ ਵੀ ਵੱਡੀ ਇਹਦੇ ਤੇ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਕੀਤੀ। ਹੁਣ ਉਹ ਇਹਨਾਂ ਤੇ ਇਲਜ਼ਾਮ ਕੀ ਹੈ? ਇਹਨਾਂ ਤੇ ਇਲਜ਼ਾਮ ਇਹ ਹੈ ਵੀ ਇਹ ਜਿਹੜੀ ਇਹ ਜ਼ਮੀਨ ਲੈਂਦੇ ਨੇ, ਉਹਨਾਂ ਤੇ ਪਲਾਟ ਵੰਡਦੇ ਨੇ, ਇਹ ਕਰਦੇ ਕੀ ਨੇ, ਕੁਛ ਪੈਸਾ ਦੇ ਕੇ ਉਹ ਜਿਹੜਾ ਪਲਾਟ ਹੈ ਉਹਨੂੰ ਰੱਖ ਲੈਂਦੇ ਨੇ ਵੀ ਬਾਕੀ ਦਾ ਅਸੀਂ ਬਾਅਦ ਚੋਂ ਵੇਚਾਂਗੇ, ਤਾਂ ਕਰਕੇ ਇਹ ਪਲਾਟ ਅੱਗੇ ਵੇਚੇ ਨਾ ਜਾ ਸਕਣ। ਫਿਰ ਜਦੋਂ ਲੰਮਾ ਸਮਾਂ ਬੀਤ ਜਾਂਦਾ ਹੈ, ਇਹੀ ਪਲਾਟ ਆਪਣਿਆਂ ਨੂੰ, ਆਪਣੇ ਅਧਿਕਾਰੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹੀ ਪਲਾਟ ਫਿਰ ਪੁਰਾਣੇ ਰੇਟ ਤੇ ਦਿੰਦੇ ਨੇ। ਇਹਦਾ ਮਤਲਬ ਹੈ ਵੀ ਤੁਸੀਂ ਰੇਵੜੀਆਂ ਮੁੜ ਕੇ ਆਪਣਿਆਂ ਨੂੰ ਹੀ ਦੇਣੀਆਂ ਨੇ। ਨਹੀਂ, ਮੈਨੂੰ ਤਸੱਲੀ ਹੋਈ ਸਰਕਾਰ ਨੇ ਧਿਆਨ ਨਾਲ ਚੁਣੀ ਹੈ ਵੀ ਆਰਗੇਨਾਈਜੇਸ਼ਨ ਬਿਲਕੁਲ ਧਿਆਨ ਨਾਲ ਚੁਣੀ ਹੈ ਜਿਹੜੀ ਜਿਹਦਾ ਐਕਸਪੀਰੀਅੰਸ ਹੈਗਾ, ਪਹਿਲਾ ਤਜਰਬਾ ਹੈ, ਜਿਹਦਾ ਐਕਸਪੀਰੀਅੰਸ ਪ੍ਰਾਪਰਟੀ ਡੀਲਿੰਗ ਦਾ ਤਜਰਬਾ ਹੈ। ਉਹ ਨਹੀਂ ਕਿ ਇੰਡਸਟਰੀ ਲਾਉਣ ਦਾ ਨਹੀਂ ਹੈ, ਪ੍ਰਾਪਰਟੀ ਡੀਲਿੰਗ ਦਾ। ਜਿਵੇਂ ਪੁੱਡਾ ਨੇ ਕੀਤਾ, ਕਿਸਾਨਾਂ ਤੋਂ ਕੌਡੀਆਂ ਭਰ ਲਿਆ ਤੇ ਉਸ ਤੋਂ ਬਾਅਦ ਜਿਸ ਲੈਵਲ ਤੇ ਵੇਚੀਆਂ ਨੇ। ਮਤਲਬ ਤੁਸੀਂ ਇਹ ਦੇਖੋ ਵੀ ਜਿਹੜੀ ਕਾਰਪੋਰੇਸ਼ਨ ਤੇ ਕਰਪਸ਼ਨ ਦੇ ਇਸ ਕਿਸਮ ਦੇ ਚਾਰਜਿਸ ਨੇ ਤੇ ਹਲੇ ਉਹ ਇਹਦੇ ਚ ਨੀਟ ਕਲੀਨ ਨਹੀਂ ਨਿਕਲ ਕੇ ਆਈ ਹੈ। ਤੁਸੀਂ ਉਸੇ ਕਾਰਪੋਰੇਸ਼ਨ ਨੂੰ ਇਹ ਜ਼ਮੀਨਾਂ ਨੂੰ ਵੰਡਣ ਦਾ, ਖਰੀਦਣ ਦੀ ਤੁਸੀਂ ਪਰਮਿਸ਼ਨ ਦੇ ਰਹੇ ਹੋ। ਹੁਣ ਤੁਸੀਂ ਦਰਅਸਲ ਕਰਨ ਕਿਆ ਜਾ ਰਹੇ ਹੋ, ਇਹ ਇੱਕ ਆਪਣੇ ਆਪ ਜਿਤੇਂਦਰ ਜੀ ਮੇਰੇ ਕੋਲ ਇਹ ਸਾਹਮਣੇ ਪਈ ਹੈ। ਜਸਟਿਸ ਕੁਲਦੀਪ ਸਿੰਘ ਨੇ ਰਿਪੋਰਟ ਕੀਤੀ ਸੀ ਜਿਸ ਵੇਲੇ ਉਹਨਾਂ ਨੇ ਸ਼ਾਮਲਾਟ ਜ਼ਮੀਨਾਂ ਨੂੰ ਖਾਸ ਤੌਰ ਤੇ ਪ੍ਰੋਬ ਕੀਤਾ ਸੀਗਾ। ਉਹਨਾਂ ਨੇ ਕਿਹਾ ਆਪਣੀ, ਉਹਨਾਂ ਦੀ 45 ਰਿਪੋਰਟ ਹੈ ਤਾਂ ਹਾਈ ਕੋਰਟ ਦੇ ਕਹਿਣ ਤੇ ਬਣਿਆ ਸੀਗਾ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ। ਉਹਨਾਂ ਦੀ ਰਿਪੋਰਟ ਕਹਿੰਦੀ ਹੈ ਵੀ 23,082 ਏਕੜ ਜਿਹੜੀ ਜ਼ਮੀਨ ਹੈ ਸ਼ਾਮਲਾਟ ਦੀ ਤੇ 653 ਏਕੜ ਜੁਮਲਾ ਮਾਲਕਾਨਾ, ਇਹ ਤਾਂ ਸਿਰਫ ਮੋਹਾਲੀ ਦੇ ਵਿੱਚ ਹੀ ਐਨਕਰੋਚਡ ਹੈ ਤੇ ਇਹਦੀ ਕੁੱਲ ਕੀਮਤ ਹੈਗੀ ਹੈ 25,000 ਕਰੋੜ ਰੁਪਏ। ਦੋ ਵਾਰੀ ਮੈਂ ਇਹਨੂੰ ਸਵੇਰੇ ਚੈੱਕ ਕੀਤਾ, ਮੈਨੂੰ ਇਹ ਲੱਗਾ ਕਿ ਗਲਤ ਨਾ ਛਪ ਗਿਆ ਹੋਵੇ। 25,000 ਕਰੋੜ ਰੁਪਏ ਦੀ ਇਹ ਜਦੋਂ 2 ਕਰੋੜ ਰੁਪਏ ਨੂੰ ਮੋਹਾਲੀ ਦੇ ਨੇੜੇ ਅਕਵਾਇਰ ਕੀਤੀ ਸੀ ਜ਼ਮੀਨ, ਉਹਦੇ ਨਾਲ ਗੁਣਾ ਕਰ ਲਓ 23 ਤੋਂ ਤੇ ਆਪਣੇ ਆਪ ਹੀ ਉੱਥੇ ਚਲਾ ਜਾਂਦਾ ਤਾਂ 25,000 ਕਰੋੜ ਤੋਂ ਚੰਦਰ ਸ਼ੇਖਰ ਰਾਣਾ ਦੀਆਂ ਵਿਜੀਲੈਂਸ ਬਿਊਰੋ 'ਚ ਕੰਮ ਕੀਤਾ। ਚੰਦਰ ਸ਼ੇਖਰ ਰਾਣਾ ਨੇ ਤਾਂ DGP ਰਿਟਾਇਰ ਹੋਏ ਨੇ। ਉਹਨਾਂ ਦੀਆਂ 12 ਰਿਪੋਰਟਾਂ ਨੇ ਰੈਵਨਿਊ ਰਿਕਾਰਡਸ ਬਾਰੇ। ਉਹਨਾਂ ਨੇ ਕਿਹਾ ਕਿ ਲਗਭਗ 25,000 ਏਕੜ ਇਲੀਗਲੀ ਆਕੂਪਾਈਡ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਤੇ ਇੱਥੋਂ ਗਵਰਨਮੈਂਟ ਲੈਂਡ ਪੰਜਾਬ ਦੇ ਵਿੱਚ 5 ਤੋਂ 6 ਲੱਖ ਏਕੜ ਜਿਹੜਾ ਉਹ ਇਲੀਗਲੀ ਆਕੂਪਾਈਡ ਹੈ। ਇਹ ਉਹ ਸਰਕਾਰ ਕਢਾ ਲਵੇ ਤੇ ਉਹਦੇ ਤੇ ਲਵਾ ਦੇਵੇ ਸਾਰੀਆਂ ਇੰਡਸਟਰੀਆਂ ਤੇ। ਫਿਰ ਸਰਕਾਰ ਕਿਹਦੇ ਤੋਂ ਕਢਾ ਲੇ? ਉਹ ਚ ਚੀਫ ਸੈਕਟਰੀ ਨੇ, ਉਹਦੇ ਚ DGP ਨੇ, ਉਹਦੇ ਚ ਪੋਲੀਟੀਸ਼ੀਅਨ ਨੇ, ਉਹਦੇ ਚ ਬਾਕੀ ਦੇ ਬੰਦੇ ਨੇ। ਔਰ ਸਰਕਾਰ ਕੀ ਹੈ? ਇਹਨਾਂ ਨੇ ਸੁਸਾਇਟੀ ਬਣਾ ਕੇ ਆਪ ਫਲੈਟ ਬਣਾਉਣ ਵਾਸਤੇ ਟਾਟਾ ਨੂੰ ਠੇਕਾ ਦਿੱਤਾ ਹੋਇਆ। ਪੋਲੀਟੀਸ਼ੀਅਨ ਹੱਥ ਰੱਖਦੇ ਉਹ ਹਾਰ ਗਏ ਨੇ ਵਿਚਾਰੇ। ਉਹ ਅਲੱਗ ਚੀਜ਼ ਹੈ, ਪਰ ਇਹਨਾਂ ਨੇ ਜ਼ਮੀਨ ਨੂੰ ਹਥਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਰਾਜੇਵਾਲ ਸਾਹਿਬ ਨਵਜੋਤ ਸਿੱਧੂ ਇਸੇ ਸਰਕਾਰ ਦੇ ਮੰਤਰੀ ਸੀ।
ਔਨ ਰਿਕਾਰਡ ਉਹਨਾਂ ਨੇ ਕਿਹਾ ਵੀ ਮੋਹਾਲੀ ਦੇ ਵਿੱਚ ਜਿਹੜਾ ਲੈਂਡ ਗ੍ਰੈਬ ਕੀਤਾ ਹੈ, ਜਿਹੜੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ, ਉਹਦੀ ਕੀਮਤ ਲਗਭਗ 2 ਲੱਖ ਕਰੋੜ ਰੁਪਇਆ ਬਣਦੀ ਹੈ। ਮਤਲਬ ਆਹ ਸਰਕਾਰ ਸਰਕਾਰ ਦਾ ਕਰਜ਼ਾ ਵੀ ਇੰਨਾ ਕੋਈ ਹੈ ਪੰਜਾਬ ਸਰਕਾਰ ਦਾ। ਸਰਕਾਰ ਦਾ 2 ਲੱਖ ਕਰੋੜ ਦੇ ਆਸ-ਪਾਸ ਕਰਜ਼ਾ ਹੈ। ਕੱਲੇ ਮੋਹਾਲੀ ਨੇ ਵਾਰੇ ਨਿਆਰੇ ਕਰ ਦੇਣੇ ਨੇ, ਫਿਰ ਇੰਡਸਟਰੀ ਜਿੱਥੇ ਮਰਜ਼ੀ ਲਈ ਚਲੋ। ਦੇਖਣ ਨੂੰ ਅਸਲ 'ਚ ਇਸੇ ਤੋਂ ਤਾਂ ਗੱਲ ਸਾਹਮਣੇ ਆਉਂਦੀ ਹੈ ਨਾ ਕਿ ਜਿਹੜਾ ਲੈਂਡ ਗ੍ਰੈਬਰ ਹੈ, ਜਿਹੜਾ ਪੈਸੇ ਕਿਸੇ ਵੀ ਤਰੀਕੇ ਬਾਈ ਹੁੱਕਾ ਰੁਕ ਕਮਾ ਗਿਆ, ਉਹੀ ਤਾਂ ਪੋਲੀਟੀਸ਼ੀਅਨ ਹੈ, ਉਹੀ ਤਾਂ ਬਿਊਰੋਕਰੇਟ ਹੈ, ਉਹੀ ਤਾਂ ਸਾਰਾ ਜੁੜਿਆ ਹੋਇਆ ਸਾਰਾ ਢਾਂਚਾ ਹੈ ਇੱਕ ਕਲਿੱਕ ਐਲੀਟਿਸਟ ਦਾ ਜਿਹੜਾ ਬਣ ਗਿਆ। ਦੇਖੋ ਇਹ ਮਾਈਂਡਸੈਟ ਹੈ ਉਹਨਾਂ ਦਾ ਸ਼ੁਰੂ ਤੇ ਪੋਲਿਟਿਕਸ 'ਚ ਤਾਂ ਹੀ ਆਏ ਹੋ। ਤੁਸੀਂ ਇਹ ਦੇਖੋ ਕਿ ਹਾਈ ਕੋਰਟ ਕੋਲ ਪੈਂਡਿੰਗ ਕੇਸ ਦੇ ਬਾਵਜੂਦ ਇਹ ਠੱਪ ਵਰਗਾ ਕਿਉਂ ਹੋਇਆ ਪਿਆ? ਹਾਈ ਕੋਰਟ ਦੀ ਸੁਪਰਵਿਜ਼ਨ ਚ ਜਸਟਿਸ ਕੁਲਦੀਪ ਸਿੰਘ ਦੀ ਹੁੰਦਾ ਨਾ, ਨਹੀਂ ਹਾਈ ਕੋਰਟ ਵੀ ਕਿਉਂ ਡਾਇਰੈਕਟ ਨਹੀਂ ਕਰ ਰਹੀ ਵੀ ਉਹ ਜਿਹੜੀ ਰਿਪੋਰਟ ਹੈ ਜਿੰਨੀ ਦਿੱਤੀ? ਨਹੀਂ ਮੈਨੂੰ ਤਾਂ ਬੜੇ ਵੱਡੇ ਸਿਆਸੀ ਫਾਇਦੇ ਲਏ ਜਾ ਸਕਦੇ ਨੇ ਜੇ ਸਰਕਾਰ ਇਹਨੂੰ ਪੁਸ਼ ਕਰਨ ਲੱਗ ਜੇ ਤਾਂ ਸਰਕਾਰ ਤੇ ਬੜੇ ਵੱਡੇ ਸਿਆਸੀ ਫਾਇਦੇ ਲੈ ਸਕਦੀ ਹੈ ਵੀ ਇੰਨੀ ਜ਼ਮੀਨ ਕਢਾ ਰਹੀ ਲੋਕਾਂ ਦੀ। ਜਿਹੜਾ ਸਿਆਸੀ ਫਾਇਦਾ ਹੁਣ ਸਿਆਸਤ ਨਹੀਂ ਰਹੀ, ਉਹ ਬਿਜ਼ਨਸ ਬਣ ਗਈ। ਜੇ ਸਿਆਸਤ ਰਹਿੰਦੀ ਤਾਂ ਸ਼ਾਇਦ ਲੋਕ ਸਿਆਸੀ ਫਾਇਦੇ ਦੇ ਲਈ ਉਸ ਲੈਵਲ ਦਾ ਕੰਮ ਕਰਦੇ ਔਰ ਬਿਜ਼ਨਸ ਦੇ ਵਿੱਚ ਹਿੱਸੇਦਾਰੀ ਹੁੰਦੀ ਹੈ। ਪਰਮਜੀਤ ਇਹਦੇ ਨਾਲ ਜਿਹੜਾ ਤੁਹਾਡਾ ਲੜਾਈ ਦਾ ਮੁਹਾਜ਼ ਹੈ ਕੀ ਉਹ ਇਹਦੇ ਨਾਲ ਵਾਈਡਨ ਹੁੰਦਾ? ਜਿਸ ਵੇਲੇ ਤੱਕ ਉਹ ਇਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਜਿਸ ਤਰ੍ਹਾਂ ਪਿੰਡੂ ਮਜ਼ਦੂਰ ਯੂਨੀਅਨ ਹੈ ਜਾਂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਹੈ ਜਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਲੋਕ ਨੇ, ਇਹ ਦਲਿਤ ਦੇ ਹੱਕਾਂ ਲਈ ਲੜ ਰਹੇ ਨੇ। ਜਿਸ ਵੇਲੇ ਪਿੰਡ ਦੀ ਸ਼ਾਮਲਟ ਜ਼ਮੀਨ ਦੇ ਉੱਤੇ ਇੰਜ ਛਾਪਾ ਪੈਂਦਾ, ਕੀ ਇਹ ਲੜਾਈ ਵਾਈਡਨ ਹੁੰਦੀ ਹੈ? ਕੀ ਬਾਕੀ ਦੀਆਂ ਆਰਗੇਨਾਈਜੇਸ਼ਨਸ, ਕਿਸਾਨ ਆਰਗੇਨਾਈਜੇਸ਼ਨਸ ਨਾਲ ਆਉਣਗੀਆਂ? ਕੀ ਇਹ ਮੁਹਾਜ਼ ਵੱਡਾ ਹੋਵੇਗਾ? ਕੀ ਅਸੀਂ ਪੋਸੀਬਲੀ ਸਰਕਾਰ ਅਤੇ ਪਿੰਡ ਤੇ ਇਕੱਲਾ ਪਿੰਡ ਹੀ ਕਿਉਂ ਹੈ, ਮਤਲਬ ਇਹ ਤਾਂ ਐਵੇਂ ਸ਼ਹਿਰੀਆਂ ਨੂੰ ਹੀ ਲੱਗਦਾ ਵੀ ਪਿੰਡ ਪ੍ਰਭਾਵਿਤ ਹੈ, ਇਹ ਤਾਂ ਸਿੱਧੇ ਤੌਰ ਤੇ ਸਮਾਜ ਪ੍ਰਭਾਵਿਤ ਹੈ। ਕੀ ਅਸੀਂ ਮਤਲਬ ਇਹਨਾਂ ਸਫਾਂ ਦੇ ਵਿੱਚ ਇਸ ਲੜਾਈ ਨੂੰ ਤਿੱਖਾ ਹੁੰਦਿਆਂ ਦੇਖਾਂਗੇ? ਇਹਦੇ ਨਾਲ ਬਿਲਕੁਲ ਹੋਣਾ ਪੈਣਾ, ਕਿਉਂਕਿ ਹੁਣ ਜਦੋਂ ਉਦੋਂ ਲੜਦੇ ਸੀ ਤਾਂ ਤੀਜੇ ਹਿੱਸੇ ਲੜਾਈ ਸੀ, ਹੁਣ ਤੀਜੇ ਹਿੱਸੇ ਦੀ ਨਹੀਂ ਰਹਿਣੀ। ਹੁਣ ਛੋਟੀ ਕਿਸਾਨੀ ਇਹਦੇ ਵਿੱਚ ਬੁਰੀ ਤਰ੍ਹਾਂ ਜਿਹੜੀ ਫਸੂਗੀ, ਜਿਹਦੇ ਕਰਕੇ ਇਹ ਸਾਡਾ ਹੈ ਕਿ ਇਹਦਾ ਏਕਾ ਬਣਾ ਕੇ ਹੀ ਲੜਨਾ ਪੈਣਾ। ਕਿਉਂਕਿ ਜੇ ਜਿਹੜੀ ਕੈਪਟਨ ਸਰਕਾਰ ਦੀ ਪਾਲਿਸੀ ਆ, ਇਸ ਪਾਲਿਸੀ ਦੇ ਖਿਲਾਫ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਤਾਂ ਹੀ ਇਹਦਾ ਜਿਹੜਾ ਮੁਕਾਬਲਾ ਕੀਤਾ ਤੁਹਾਨੂੰ ਕੋਈ ਮਿਨੀਮਲ ਜਿਹਾ ਵੀ ਏਕਾ ਜੇ ਨਜ਼ਰ ਆਉਂਦਾ ਕਿਸਾਨ ਆਰਗੇਨਾਈਜੇਸ਼ਨਾਂ ਤੇ ਮੈਨੂੰ ਤਾਂ ਕੋਈ ਮਿਨੀਮਮ ਏਜੰਡਾ ਵੀ, ਮਤਲਬ ਕਾਮਨ ਮਿਨੀਮਮ ਏਜੰਡਾ ਵੀ ਅਜੇ ਬਣਦਾ ਦਿਖਾਈ ਨਹੀਂ ਦੇ ਰਿਹਾ, ਭਾਵੇਂ ਬਿਆਨ ਸਾਰਿਆਂ ਦੇ ਆ ਰਹੇ ਨੇ। ਹਾਂਜੀ ਪਰ ਅਸੀਂ ਜਿਹੜਾ ਇੱਕ ਸ਼ੁਰੂ ਕਰਾਂਗੇ ਕਿ ਅਸੀਂ ਬਣਾ ਵੀ ਰਹੇ ਹਾਂ ਇਹਦਾ ਤਾਂ ਕਿ ਜਿਹੜੀ ਸਾਡੇ ਪਿੰਡਾਂ 'ਚ ਕਿਰਤੀ ਕਿਸਾਨ ਯੂਨੀਅਨ ਹੈ ਜਾਂ DPSC, ਅਸੀਂ ਇੱਕ ਮੀਟਿੰਗ ਕਰਕੇ ਉਹਦਾ ਅਸੀਂ ਬਣਾਇਆ ਕਿ ਅਸੀਂ ਇਹਨੂੰ ਸਾਂਝੇ ਰੂਪ 'ਚ ਚਲਾਵਾਂਗੇ। ਕਿਉਂਕਿ ਇਹ ਹੁਣ ਕੱਲਾ ਸਾਡਾ ਦਲਿਤਾਂ ਦਾ ਜਾਂ ਛੋਟੀ ਕਿਸਾਨੀ ਦਾ ਨਹੀਂ ਰਿਹਾ, ਇਹ ਸਾਂਝਾ ਮੁੱਦਾ ਬਣ ਚੁੱਕਿਆ ਹੈ। ਤੇ ਆਉਣ ਵਾਲੇ ਪੰਜਾਬ ਦੇ ਪਿੰਡਾਂ ਦਾ ਕਿ ਪਿੰਡੂ ਮਜ਼ਦੂਰ ਯੂਨੀਅਨ, ਪੰਜਾਬ ਦੇ ਪਿੰਡਾਂ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹ ਹੋਏਗਾ ਕਿ ਇਹ ਸਾਬਤ ਹੋਏਗਾ ਜਿਹੜਾ ਇਕੱਠਾ ਕਰੇਗਾ। ਜੇ ਦੇਖਿਆ ਜਾਏ ਆਰਗੇਨਾਈਜੇਸ਼ਨ ਜਿਹੜੇ ਅਸੀਂ ਛੋਟੀ ਕਿਸਾਨੀ ਦੀ ਗੱਲ ਕਰਦੇ ਹਾਂ, ਜਿਹੜੇ ਵੱਡੇ ਕਿਸਾਨ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਉਹ ਤਾਂ ਪੋਲੀਟੀਸ਼ੀਅਨ ਨੇ। ਹਾਂਜੀ ਧਨੀ ਕਿਸਾਨ, ਵੱਡੇ ਕਿਸਾਨ ਸਾਰੇ ਪੋਲੀਟਿਕਸ ਨੇ, ਉਹਨਾਂ ਦਾ ਤਾਂ ਬਿਜ਼ਨਸ ਆ, ਉਹ ਸੇਵਾ ਸੁਭਾ ਤਾਂ ਹੈ ਨਹੀਂ। ਜਿਹੜੇ ਕਿਸਾਨ ਪਿੰਡਾਂ 'ਚ ਰਹਿੰਦੇ ਨੇ, ਜਿਹੜੇ ਤੋਂ ਪ੍ਰਭਾਵਿਤ ਹੋਣੇ ਆ, ਉਹ ਤਾਂ ਆਮ ਛੋਟੇ ਕਿਸਾਨ ਨੇ। ਉਹਨਾਂ ਨੂੰ ਇਹ ਲੱਗੇਗਾ ਕਿ ਸਾਡਾ ਨੁਕਸਾਨ ਹੋ ਰਿਹਾ। ਬਹੁਤ ਸਾਰੇ ਪਿੰਡਾਂ 'ਚ ਲੋਕਾਂ ਨੂੰ ਲੱਗੇਗਾ ਕਿ ਪੰਚਾਇਤ ਨੂੰ ਚੌਕੇ ਪੈਸੇ ਆ ਜਾਣੇ ਨੇ, ਕਰੋੜਾਂ ਰੁਪਏ ਪੰਚਾਇਤ ਨੂੰ ਹੋਣੇ ਮਿਲ ਜਾਣਗੇ। ਰਾਜੇਵਾਲ ਜੀ ਲੱਗਦਾ ਫੈਕਟ ਵੀ ਜੇ ਕਰੀਏ ਤਾਂ ਲਗਭਗ 19,80,000 ਫਾਰਮਰ ਫੈਮਿਲੀ ਹੈ ਤੇ ਖੇਤੀ 10,53,000 ਫਾਰਮਰ ਕਰ ਰਹੇ ਆ। ਬਾਕੀ ਦੇ ਖੇਤੇ ਕੁਝ ਚੀਫ ਸੈਕਟਰੀ ਦੇ ਵੀ ਫਾਰਮ ਹੋਣਗੇ, ਕਿਸੇ ਪੋਲੀਟੀਸ਼ੀਅਨ ਦੇ ਵੀ ਹੋਣਗੇ, ਸਾਰਿਆਂ ਦੇ ਹੀ ਨੇ, ਸਭ ਦੇ ਹੋਣਗੇ ਨਾ। ਉਹ ਤਾਂ ਹੋਰ ਤਰ੍ਹਾਂ ਦੇ ਬੰਦੇ ਨੇ। ਫਿਰ ਜਿਹੜਾ ਕਿਰਤੀ ਅਸਲ 'ਚ ਆਪ ਡਾਇਰੈਕਟ ਖੇਤੀ ਹੁਣ ਵੀ ਕਰ ਰਿਹਾ ਕਿਸੇ ਰੂਪ ਦੇ ਵਿੱਚ, ਉਹਦੀ ਗਿਣਤੀ ਕਲਟੀਵੇਟਰ ਦੀ ਉਸੇ ਲਈ ਉਸ ਪਾਸੇ। ਕਿੰਨੇ ਕੁ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਾਮਲਟ ਜ਼ਮੀਨ ਹੈਗੀ ਅਸਲ 'ਚ? ਇਸ ਵੇਲੇ ਘੱਟ ਜਾਂ ਵੱਧ 12,278 ਪੰਚਾਇਤਾਂ ਨੇ, ਲਗਭਗ 7962 ਦੇ ਕਰੀਬ ਪਿੰਡਾਂ ਕੋਲ ਸ਼ਾਮਲਟ ਜ਼ਮੀਨ ਆਪਣੀ। 1,56,000 ਟੋਟਲ 1,57,000 ਏਕੜ ਟੋਟਲ ਜ਼ਮੀਨ ਹੈ। 1,35,000 ਦੀ ਉਹ ਬੋਲੀ ਕਰਾ ਪਾ ਰਹੇ ਨੇ ਤੇ ਬਾਕੀ 50,000 ਪਲੱਸ ਏਕੜ ਜਿਹੜਾ 52,000 ਏਕੜ ਹੋਰ ਬਚਿਆ। ਉਸ ਤੋਂ ਉਹਨੇ ਪਹਿਲਾਂ ਹੀ ਛੱਡੀ ਹੋਈ ਹੈ, ਜਿਹੜਾ ਕਬਜ਼ੇ ਚੋਂ ਹੀ ਰੌਲਾ ਚੱਲਦਾ, ਉਹ ਐਨਕਰੋਚਮੈਂਟ ਦੇ ਵਿੱਚ ਗਈ ਹੈ। ਉਹ ਐਨਕਰੋਚਮੈਂਟ ਵਿੱਚ ਹੀ ਹੈ। ਜਿਹੜੀ ਆ ਬਾਕੀ ਵੀ ਹੁਣ ਵੀ ਉਹ ਮੰਨਦੇ ਨੇ ਐਨਕਰੋਚਮੈਂਟ ਸਾਡੀ, ਉਹ 20,000 ਏਕੜ ਦੀ ਮੰਨਦੇ। ਇਹ ਜਿਹੜੀ ਬੋਲੀ ਕਰਦੇ ਨੇ ਇਹਦੇ ਤੋਂ ਸਰਕਾਰ ਨੂੰ ਕਿੰਨਾ ਕੁ ਪੈਸਾ ਮਿਲਦਾ? ਇਹਦਾ ਇੱਕ ਫਾਇਦਾ ਵੀ ਹੈ। ਇਹਦਾ ਇੱਕ ਇਹ ਫਾਇਦਾ ਕਿ ਸ਼ਾਮਲਾਟ ਜ਼ਮੀਨ ਅੱਜ ਵੀ ਜੇ ਪੰਜਾਬ 'ਚ ਊਂ ਠੇਕਾ ਦੇਖਦੇ ਹੋ ਜਨਰਲੀ, ਉਹ ਠੇਕਾ ਲਗਭਗ 55 ਤੋਂ 60,000 ਰੁਪਏ ਏਕੜ ਚਲਾ ਗਿਆ ਤੇ ਇਹ ਅੱਜ ਵੀ ਐਵਰੇਜ 26,000 ਰੁਪਏ ਏਕੜ ਨੂੰ ਮਿਲਦੀ ਹੈ। ਇਹਦਾ ਮਤਲਬ ਉਹਦੇ ਨਾਲ ਥੋੜਾ ਜਿਹਾ ਫਾਰਮਰ ਨੂੰ ਵੀ ਫਾਇਦਾ ਹੁੰਦਾ ਤੇ ਬਾਕੀ ਰਿਲੀਫ ਮਿਲਦਾ ਉਸ ਸਾਰੇ ਮਾਮਲੇ ਨਾਲ। ਔਰ ਪਿਛਲੇ 2017-18 ਦੀ ਬੋਲੀ 'ਚ 3,40,000 ਕਰੋੜ ਰੁਪਏ ਦੀ ਹੋਈ ਹੈ
340 340 ਕਰੋੜ ਰੁਪਏ 340 ਕਰੋੜ ਰੁਪਏ ਦੀ। ਠੀਕ ਹੈ। ਔਰ 340 ਕਰੋੜ ਰੁਪਏ ਦੀ ਬੋਲੀ ਨਾਲ ਉਹਦੇ ਚੋਂ ਵੀ ਤੁਸੀਂ ਦੇਖੋ ਕਿ ਪੰਚਾਇਤੀ ਡਿਪਾਰਟਮੈਂਟ ਦੇ ਜਿੰਨੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਵੀ ਇਹ ਚੋਂ ਜਾਂਦੀਆਂ ਨੇ। ਬਿਲਕੁਲ 20% ਸਰਕਾਰ ਲੈ ਜਾਂਦੀ ਹੈ ਉਹਦੇ ਚੋਂ ਵੀ। ਨਹੀਂ ਤਾਂ ਸਰ ਮੁਲਾਜ਼ਮ ਰੱਖਦੀ ਹੈ ਸਰਕਾਰ, ਮੁਲਾਜ਼ਮ ਇਹ ਵੀ ਤਨਖਾਹ ਅਜੀਬ ਪੰਚਾਇਤ- ਗੱਲ ਹੈ। ਤਨਖਾਹ ਤਨਖਾਹ ਪੰਚਾਇਤ ਪੰਚਾਇਤ ਦੇ ਜਿਹੜੀ ਸਾਡਾ ਸੈਕਟਰੀ ਜ਼ਮੀਨ ਚੋਂ ਲੈਂਦੀ ਸੈਕਟਰੀ ਹੈ। ਦੀ ਤਨਖਾਹ ਪੰਚਾਇਤ ਨਹੀਂ ਨੇ ਇਹ ਕਿਹੜਾ ਰੂਲ ਹੈ? ਰੂਲ ਕੱਢਿਆ ਹੋਇਆ ਸਰਕਾਰ ਨੇ, ਇੱਕ ਆਰਡਰ ਕੱਢਿਆ ਹੋਇਆ ਐਡਮਿਨਿਸਟ੍ਰੇਟਿਵ ਆਰਡਰ ਬਿਲਕੁਲ ਹੈ। ਉਹਨਾਂ ਦੀ ਤਨਖਾਹ ਉੱਚ ਜਾਂਦੀ ਹਾਲਾਂਕਿ ਕਾਨੂੰਨ ਨੇ ਬਣਾਇਆ, ਇੱਕ ਆਰਡਰ ਕੱਢ ਦਿੱਤਾ ਬਾਬੂ ਨੇ ਆਰਡਰ ਹੈ, ਐਡਮਿਨਿਸਟ੍ਰੇਟਿਵ ਆਰਡਰ ਹੈ, ਵੀ ਲਾ ਇਹ ਜਿਹੜੇ ਨਹੀਂ ਹੈ। ਪੰਚਾਇਤ ਨੂੰ ਪੈਸੇ ਮਿਲਣਗੇ ਇਹਦੇ ਵਿੱਚੋਂ ਚੱਕ ਇਹਦੇ ਕੇ ਚੋਂ ਬੋਲੀ ਵੇਲੇ 20% ਮਿਲਦੇ ਆ। ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰੀ ਲੈ ਜਾਏਗੀ। ਲੈ ਜਾਏਗੀ। ਤੇ ਇਹਦੇ ਚ ਤੁਸੀਂ ਦੇਖੋਗੇ 340 ਕਰੋੜ ਚੋਂ ਚੋਰੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ? ਇਹੀ ਹੁੰਦੀ ਹੈ। 20% ਤਾਂ ਇਹ ਉਹ ਲੈ ਚੋਰੀ ਦੀ ਜਾਣਗੇ, definition ਬਾਕੀ illegal ਹੋ ਗਿਆ ਨਾ, ਸੈਕਟਰੀ ਕਿਉਂਕਿ ਤੁਸੀਂ ਨੂੰ ਹੋਰ ਜਿਹੜੀ notification ਤਨਖਾਹ ਨਹੀਂ ਨਹੀਂ ਲੀਗਲ ਦਾ ਮਤਲਬ ਤੁਸੀਂ ਐਸਪੀ ਸਿੰਘ ਜੀ ਤੁਸੀਂ ਰਾਤੀ 12:30 ਚੋਰੀ ਕਰਨ ਜਾਓਗੇ, ਏਦਾਂ ਹੀ ਹੈ। ਚੰਗਾਈ ਹਾਂ, ਮਤਲਬ ਜੇ ਤੁਹਾਨੂੰ ਸਰਕਾਰ ਨੇ ਪਰਮਿਸ਼ਨ ਦੇਤੀ ਚੋਰੀ ਕਰਨ ਦੀ, ਹਾਂ ਫਿਰ ਉਹ ਚੋਰੀ ਨਹੀਂ ਹੈ, ਇਹਦੇ ਉਹ ਤੋਂ ਲੀਗਲ ਹੈ। ਤਾਂ ਲੀਗਲ ਹੈ। ਲਗਭਗ 65-70 ਕਰੋੜ ਰੁਪਈਆ ਤੁਹਾਡਾ ਆ ਰਿਹਾ ਜਿਹੜਾ ਫਿਰ ਸੈਕਟਰੀਆਂ ਨੂੰ ਵੀ ਜਿਹੜੇ ਫਿਰਦੇ ਨੇ ਵਿਚਾਰੇ ਫਿਰਦੇ ਨੇ। ਤੁਸੀਂ ਨੇ ਐਸਪੀ ਸਿੰਘ ਮੈਂ ਜੀ ਸਰਪੰਚ ਤੋਂ ਵੱਡਾ ਉਹਨਾਂ ਦੀਆਂ ਤਨਖਾਹਾਂ ਵੀ ਜਾਣਗੀਆਂ। ਹਲੇ ਵੀ 2018 ਆਪਾਂ ਗੱਲ ਕਰ ਰਹੇ ਹਾਂ, 20 ਦੀ ਗੱਲ ਕਰ ਰਹੇ ਜੀ। ਹਾਂ। ਤੁਸੀਂ ਹੁਣ ਵੀ ਜੇ ਪਿੰਡ ਦੇਖਣੇ ਹੋਣ ਜਾਂ ਆਪਾਂ ਪੰਜਾਬ ਦੇਖਣਾ ਹੋਵੇ, ਘੱਟੋ ਘੱਟ 62 ਤੋਂ ਲੈ ਕੇ 63% ਪਾਪੂਲੇਸ਼ਨ ਅੱਜ ਵੀ ਪਿੰਡਾਂ 'ਚ ਵਸਦੀ ਹੈ। ਜੇ ਤੁਸੀਂ ਦਲਿਤਾਂ ਦੀ ਗੱਲ ਕਰਨੀ ਹੋਵੇ, ਲਗਭਗ 74 ਤੋਂ ਮਤਲਬ 73 74 75% ਪਾਪੂਲੇਸ਼ਨ ਹੈ ਜਿਹੜੀ ਪਿੰਡਾਂ 'ਚ ਵਸਦੀ ਹੈ। ਹੁਣ ਤੁਸੀਂ ਮਤਲਬ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਵੀ ਅਰਬਨਾਈਜੇਸ਼ਨ ਹੈ, ਜਿੰਨਾ ਮਰਜ਼ੀ ਕਹਿ ਲਈਏ ਸ਼ਹਿਰੀਕਰਨ ਹੋ ਗਿਆ, ਸ਼ਹਿਰੀਕਰਨ ਸਾਡਾ ਉਸ ਕਿਸਮ ਦਾ ਹੋ ਨਹੀਂ ਪਾ ਰਿਹਾ। ਖੇਤੀ ਤੇ ਹਲੇ ਵੀ 2/3 ਜਨਸੰਖਿਆ ਇਹ ਜਿਹੜੀ ਨਿਰਭਰ ਕਰਦੀ ਹੈ। ਇੱਕ ਗੱਲ। ਦੂਜੀ ਗੱਲ ਇਹ ਵੀ ਜਦੋਂ ਤੁਸੀਂ ਮਤਲਬ ਜਦੋਂ ਤੁਸੀਂ ਇਸ ਜ਼ਮੀਨ ਨੂੰ ਦੇਣ ਦੀ ਗੱਲ ਕਰ ਰਹੇ ਹੋ, ਜੇ ਆਪਾਂ ਜਿਹੜਾ ਇਹ ਐਕਟ ਹੈ ਜਿਹਨੂੰ ਆਪਾਂ ਪੰਜਾਬ ਵਿਲੇਜ ਕਾਮਨਲੈਂਡ ਰੈਗੂਲੇਸ਼ਨ ਐਕਟ ਕਹਿੰਦੇ ਜੀ 1964 ਜੀ, ਇਹ ਐਕਟ ਪਹਿਲਾਂ ਬਣਿਆ 1953 ਚ, ਫਿਰ 61 ਚ ਇਹ ਅਮੈਂਡ ਹੋਇਆ, ਸੋਧਾਂ ਹੋਈਆਂ ਤੇ 64 ਜਿਹੜਾ ਹੈਗਾ ਰੂਲ ਬਣਿਆ। ਉਹਦੇ ਰੂਲਸ ਬਣੇ। ਜਿਸ ਰੂਲ ਦੇ ਹਿਸਾਬ ਨਾਲ ਉਹਨਾਂ ਦਾ 12 ਜਿਹੜਾ ਨੰਬਰ ਰੂਲ ਹੈ ਉਹਦੇ ਚ ਇਹਨਾਂ ਨੇ ਚੇਂਜ ਕਰਕੇ ਕਿਹਾ ਹੈ ਵੀ ਇਹ ਜ਼ਮੀਨ ਜਿਹੜੀ ਹੈਗੀ ਆ ਉਹ ਕਾਰਪੋਰੇਸ਼ਨ ਨੂੰ ਦਿੱਤੀ ਜਾਵੇ। ਹੁਣ ਜਿਹੜਾ ਐਕਟ ਹੈ, ਜੇ ਉਹਦਾ ਉਦੇਸ਼ ਪੜਿਆ ਜਾਵੇ, ਉਹਦਾ ਉਦੇਸ਼ ਬਹੁਤ ਸਾਫ਼ ਹੈ। ਉਹਦਾ ਉਦੇਸ਼ ਇਹ ਕਹਿੰਦਾ ਹੈ ਵੀ ਦੇਖੋ ਇਹ ਸਾਂਝੀ ਜ਼ਮੀਨ ਹੈ, ਇਹ ਪਿੰਡ ਦੀ ਸਾਂਝੀ ਜ਼ਮੀਨ ਹੈ ਤੇ ਇਹਦੇ ਤੇ ਜਿਹੜਾ ਇਹਦੀ ਵਰਤੋਂ ਹੈ, ਇਹਦੀ ਵਰਤੋਂ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਜਿਹੜੇ ਦਲਿਤ ਨੇ, ਬੇਜ਼ਮੀਨੇ ਨੇ, ਜਿਨ੍ਹਾਂ ਕੋਲੇ ਜ਼ਮੀਨ ਘੱਟ ਹੈ, ਕਿਉਂਕਿ ਉਹ ਆਪਣਾ ਜਿਹੜਾ ਰੁਜ਼ਗਾਰ ਹੈ, ਆਪਣੀ ਜਿਹੜੀ ਕਮਾਈ ਹੈ, ਆਪਣਾ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਜਿਹੜੇ ਵੀ ਖਰਚੇ ਨੇ ਉਹ ਇਹਦੇ ਤੋਂ ਉਹ ਜਿਹੜੀ ਹੈਗੀ ਉਹ ਆਪਣੀ ਕਮਾਈ ਕਰ ਸਕਣ ਜੀ। ਹੁਣ ਤੁਸੀਂ ਉਸ ਸਾਰੇ ਉਦੇਸ਼ ਦਾ ਕੀ ਕਰਿਆ? ਉਹ ਸਾਰੇ ਉਦੇਸ਼ ਨੂੰ ਇੱਕ ਪਾਸੇ ਰੱਖਿਆ, ਉਹਦੇ ਉੱਪਰੋਂ ਤੁਸੀਂ ਜਿਹੜਾ ਖੇਤੀ ਦਾ ਸਾਡਾ ਹਾਲ ਹੈ ਉਹ ਇੱਕ ਹਾਲ ਇਹ ਹੈ, ਜਿਹੜਾ ਦਲਿਤਾਂ ਦਾ ਮਸਲਾ ਹੈ, ਪਹਿਲਾਂ ਜਿਹੜੇ ਉਹ ਖੇਤੀ ਦੇ ਕੰਮ ਧੰਦਿਆਂ 'ਚ ਲੱਗੇ ਹੋਏ ਸੀਗੇ, ਉਹਦੇ 'ਚੋਂ ਕੰਮ ਧੰਦਿਆਂ 'ਚੋਂ ਇੱਕਦਮ ਉਹਨਾਂ ਦਾ ਉਜਾੜਾ ਹੈ, ਆਉਂਦੇ ਨੇ ਸ਼ਹਿਰ ਕਿਆ ਕੰਮ ਕਰਦੇ ਨੇ? ਉਹ ਜਿਹੜੀਆਂ ਤੁਹਾਡੀਆਂ ਜਿਹੜੇ ਥੋੜੇ ਲੇਬਰ ਚੌਂਕ ਨੇ ਉਹਨਾਂ ਚ ਕੰਮ ਕਰਦੇ ਨੇ, ਪੱਕੀਆਂ ਨੌਕਰੀਆਂ ਕਿਸੇ ਕੋਲੇ ਨਹੀਂ। ਬਿਲਕੁਲ ਖੇਤੀ ਦਾ ਮਾੜਾ ਹਾਲ ਹੋਇਆ ਹੋਇਆ ਹੈ। ਹੁਣ ਤੁਸੀਂ ਇਹ ਸਰਕਾਰ ਇਹਨੂੰ ਆਰਗੂਮੈਂਟ ਬਣਾਉਂਦੀ ਹੈ ਕਿ ਅਸੀਂ ਦੇਖਾਂਗੇ ਜਿਸ ਨੌਕਰੀ ਦੇ ਜਿਹੜਾ ਇੰਡਸਟਰੀ ਦਾ ਹਾਲ ਹੈ, ਜਿਹੜਾ ਇੰਡਸਟਰੀ ਦਾ ਹਾਲ ਹੈ, ਇੰਡਸਟਰੀ ਦਾ ਹਾਲ ਆਪਾਂ ਦੇਖ ਚੁੱਕੇ ਹਾਂ। ਇਹਦਾ ਮਤਲਬ ਹੈ ਵੀ ਇੰਡਸਟਰੀ ਚੋਂ ਵੀ ਜਿਹੜੀ ਬੇਰੁਜ਼ਗਾਰੀ ਹੈ ਉਹ ਬਣੀ, ਜਿਹੜਾ ਪਿੰਡ ਚੋਂ ਵੀ ਆਈ, ਜਿਹੜੀ ਬੇਰੁਜ਼ਗਾਰੀ ਉਹ ਪਿੰਡ ਚੋਂ ਵੀ ਆਈ। ਤੁਸੀਂ ਦਰਅਸਲ ਇਸ ਪੂਰੇ ਦੇ ਪੂਰੇ ਪੋਪੂਲੇਸ਼ਨ ਹੈ, ਕੰਗਾਲੀਕਰਨ ਹੈ। ਬਿਲਕੁ ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਸਿਰਫ ਇਹ ਕਹਿ ਕੇ ਵੀ ਸੀਐਮ ਸਾਹਿਬ ਨੇ ਨਾ ਗੱਲ ਬੜੀ ਖੁੱਲ ਕੇ ਕਰਦੇ ਆ ਤੇ ਮਾਹੌਲ ਕਰਦੇ। ਉਹਨਾਂ ਨੇ ਇਹੋ ਜਿਹਾ ਜਿਹੜਾ ਫੈਸਲਾ ਹੈ ਇਹ ਉਹਨਾਂ ਨੇ ਸ਼ੌਕ ਨਾਲ ਉੱਥੇ ਦੱਸਿਆ, ਜਿਹੜੀ ਇੱਕੋ ਅੱਛੀ ਜੀ ਸਮਿਟ ਕਰਦੇ, ਬੜੀ ਸੋਹਣੀ ਜੀ ਜਗ੍ਹਾ, ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ, ਇਹ ISB ਮੋਹਾਲੀ ਦੇ ਵਿੱਚ। ਉੱਥੇ ਉਹਨਾਂ ਨੇ ਇੰਡਸਟਰੀਅਲਿਸਟਾਂ ਨੂੰ ਕਿਹਾ, ਔਰ ਮੈਂ ਪੰਜਾਬੀ 'ਚ ਪੜ੍ਹ ਦਿੰਦਾ ਕਿਹਾ, ਤੇ ਉੱਥੇ ਜਾ ਕੇ ਉਹ ਅੰਗਰੇਜ਼ੀ 'ਚ ਹੀ ਕਹਿੰਦੇ ਨੇ, ਤੇ ਪੰਜਾਬੀ 'ਚ ਉਹਨਾਂ ਦਾ ਕਹਿਣਾ ਹੈ ਵੀ ਜੋ ਤੁਸੀਂ ਚਾਹੁੰਦੇ ਹੋ ਉਹ ਮੈਂ ਤੁਹਾਨੂੰ ਦਿਆਂਗਾ। ਇਹ ਕਾਸ਼ ਸਾਨੂੰ ਪੋਲੀਟੀਸ਼ੀਅਨ ਕਦੀ ਪੰਜਾਬੀ 'ਚ ਇੰਨੀ ਗੱਲ ਨਹੀਂ, ਸਾਰੇ ਪੋਲੀਟੀਸ਼ੀਅਨ ਅੱਛਾ ਲੱਗੇ। I will give you what you want, tell me what's needed, ਦੱਸੋ ਅਸੀਂ ਤੁਹਾਨੂੰ ਕੀ ਚਾਹੀਦਾ, ਮੈਂ ਉਹ ਸਭ ਕੁਝ ਕਰ ਦਿਆਂਗਾ ਜਿਹੜਾ ਰਿਕੁਆਇਰਡ ਹੈ। ਜੋ ਵੀ ਅਸੀਂ ਇੰਡਸਟਰੀਅਲ ਪਾਲਿਸੀ ਜਾਂ ਵੈਸੇ ਕੁਝ ਕੀਤਾ ਹੋਵੇ ਉਹ ਸੈਕਰੋਸੈਂਕਟ ਕੁਝ ਨਹੀਂ ਹੈਗਾ, ਕਹਿੰਦੇ ਉਹਦੇ 'ਚ ਕੋਈ ਪਵਿੱਤਰ ਚੀਜ਼ ਨਹੀਂ ਹੈ, ਇਹ ਕੋਈ ਅੱਲਾ ਤੋਂ ਨਹੀਂ ਆਈ, ਇਲਾਮ ਨਹੀਂ ਹੋਇਆ, ਅਸੀਂ ਬਦਲ ਦਿਆਂਗੇ ਤੁਹਾਡੇ ਲਈ, ਤੁਹਾਨੂੰ ਜਿੱਥੇ ਚੇਂਜਸ ਚਾਹੀਦੀਆਂ ਬਦਲ ਦਿਆਂਗੇ, ਤੁਸੀਂ ਬਸ ਇੱਥੋਂ ਕਨਵਿੰਸ ਹੋ ਕੇ ਜਾਓ ਵੀ ਅਸੀਂ ਤੁਹਾਡੀ ਵੈਲਫੇਅਰ ਲਈ ਆ, ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ, ਅਸੀਂ ਤੁਹਾਨੂੰ ਪੀਸ ਦੇਵਾਂਗੇ। ਤੁਹਾਡੇ ਵਾਲੇ ਇਸ਼ਾਰੇ ਦਾ ਮਤਲਬ ਵੀ ਜ਼ਮੀਨ ਸੰਘਰਸ਼ ਪ੍ਰਾਪਤੀ ਕਮੇਟੀ ਵਾਲੇ ਆਏ ਤੇ ਇਹਨਾਂ ਨੂੰ ਅਸੀਂ ਬੰਦੇ ਬਣਾ ਕੇ ਭੇਜ ਦਿਆਂਗੇ, ਕੋਈ ਲੇਬਰ ਪ੍ਰੋਬਲਮ ਨਹੀਂ ਆਉਣ ਦਿਆਂਗੇ। ਇਹ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ, ਮੈਂ ਤੁਹਾਡੇ ਨਾਲ ਆ, ਕੋਈ ਲੇਬਰ ਪ੍ਰੋਬਲਮ ਨਹੀਂ ਪੰਜਾਬ ਦੀ। ਜਿਹੜੇ ਕਹਿੰਦੇ ਨੇ ਵੀ ਚੱਲ ਇੰਨੇ ਪਿੰਡ ਤੈਨੂੰ ਦੇਤੇ। ਨਹੀਂ, ਇਹ ਸੁਖਵੀਰ ਬਾਦਲ ਉਹਨਾਂ ਨੇ ਵੀ ਬਹੁਤ ਵਾਰੀ ਕਿਹਾ, ਇਹ ਸੁਖਵੀਰ ਬਾਦਲ ਉਹਨਾਂ ਨੇ ਵੀ ਬਹੁਤ ਵਾਰੀ ਕਿਹਾ, ਪਰ ਇੰਡਸਟਰੀ ਇੱਕ ਨਹੀਂ ਆਈ। ਇੰਡਸਟਰੀ ਉੱਥੇ ਤਾਂ ਫਰਕ ਹੈ ਹੀ ਨਹੀਂਗਾ ਇਸ ਮਾਮਲੇ। ਜਦੋਂ ਕਹਿ ਰਹੇ ਸੀਗੇ ਵੀ ਜਿਹੜੇ ਵੱਡੇ ਕਿਸਾਨ ਐਗਰੀਕਲਚਰਿਸਟ ਹੈਗੇ ਨੇ, ਜਿਹੜੇ ਵੱਡੇ ਪੋਲੀਟੀਸ਼ੀਅਨ ਨੇ, ਉਹ ਵੱਡੇ ਕਿਸਾਨ ਨੇ, ਉਹ ਫਿਰ ਸਾਰੀਆਂ ਪਾਰਟੀਆਂ 'ਚ ਨੇ, ਉਹ ਐ ਨਿੱਕੋ ਤਰੀਕੇ ਨਾਲ ਇੱਕੋ ਰੇਸ਼ੋ ਪ੍ਰਪੋਰਸ਼ਨ 'ਚ। ਬ੍ਰੇਕ ਤੋਂ ਬਾਅਦ ਰੁਕਦੇ ਹਾਂ ਇਹ ਦੇਖਣ ਲਈ ਕਿ ਕਿਉਂ
ਪੰਜਾਬ ਦੇ ਪਿੰਡ ਜਾਂ ਸ਼ਹਿਰ ਇਹਦੇ ਖਿਲਾਫ ਉਸੇ ਤਰੀਕੇ ਨਾਲ ਖੜੇ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਅੱਜ ਸਾਨੂੰ ਦੇਸ਼ ਭਰ ਦੇ ਵਿੱਚ ਵਲਵਲੇ ਦਿਖਾਈ ਦੇ ਰਹੇ ਨੇ ਨੌਜਵਾਨਾਂ ਦੇ ਵਿੱਚ, ਤੇ ਕਿਵੇਂ ਜੇ ਹੋਪ ਹੈ ਤਾਂ ਉਸੇ ਹੀ ਸੈਗਮੈਂਟ ਤੋਂ ਹੈ। ਬਟ ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਹਮੀਰ ਜੀ, ਇਹ ਦੱਸੋ ਵੀ ਜਿਸ ਵੇਲੇ ਉਹਨਾਂ ਨੇ ਪਿੰਡਾਂ ਤੋਂ ਜ਼ਮੀਨਾਂ ਲੈਣੀਆਂ ਨੇ, ਹੁਣ ਬਾਰ-ਬਾਰ ਇਹ ਤਾਂ ਹੈ ਨਹੀਂ ਇਹਨਾਂ ਵੱਡੀਆਂ ਕੰਪਨੀਆਂ ਲੈਣਗੀਆਂ 25% ਪੇਮੈਂਟ ਦੇ ਦੇਣਗੀਆਂ, ਬਾਕੀ ਪੇਮੈਂਟਸ ਕਈ ਵਾਰੀ ਕੋਈ ਕੰਪਨੀ ਨਹੀਂ ਦਿੰਦੀ। ਇਹਦਾ ਤਾਂ ਇੱਕ ਲੰਬਾ ਚੌੜਾ ਇਤਿਹਾਸ ਹੈਗਾ। ਕੀ ਪਿੰਡ ਦੀ ਜਾਂ ਪੰਚਾਇਤ ਕੋਲ ਇੰਨੀ ਕੁ ਸਮਰੱਥਾ ਹੋਵੇਗੀ ਉਸੇ ਪੈਸੇ ਨਾਲ ਹੀ ਜਾ ਕੇ ਉਹ ਕੇਸ ਲੜੇਗੀ, ਹਾਈ ਕੋਰਟ ਦੇ ਵਿੱਚ ਉਹ ਕੰਪਨੀ ਨੂੰ ਲੈ ਜਾਵੇਗੀ? ਕੀ ਉਹ ਅਜਿਹਾ ਕਰ ਪਾਏਗੀ? ਐਂਡ ਸੈਕੰਡ ਦੀ ਜਿਹੜਾ ਪੋਲੀਟੀਕਲ ਕੁਐਸਚਨ ਹੈ, ਲੈਂਡ ਐਕੁਜੀਸ਼ਨ ਐਕਟ ਦੇ ਖਿਲਾਫ ਇੱਕ ਲੰਬੀ ਸਟਰਗਲ ਕਾਂਗਰਸ ਪਾਰਟੀ ਵੀ ਅੱਗੇ ਹੋ ਕੇ ਲੜ ਰਹੀ ਸੀਗੀ। ਦੇਸ਼ ਭਰ ਦੇ ਵਿੱਚ ਇੱਕ ਸਟਰਗਲ ਚੱਲੀ ਸੀ ਜਿਸ ਵੇਲੇ ਮੋਦੀ 1 NDA ਫਸਟ ਦੀ ਸਰਕਾਰ ਸੀਗੀ। ਉਹਦੇ ਵਿੱਚ ਇਹ ਸਾਰੇ ਸੇਫਗਾਰਡ ਸੀਗੇ ਪੁਰਾਣੇ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ, ਇਸੇ ਕਰਕੇ ਅਸੀਂ ਨਵਾਂ ਲੈਂਡ ਐਕੁਜੀਸ਼ਨ ਐਕਟ ਰਿਜੈਕਟ ਕੀਤਾ ਸੀਗਾ। ਕਿ ਜਿਸ ਤਰੀਕੇ ਦੇ ਨਾਲ ਇਹ ਐਕਟ ਲਿਆਂਦਾ ਗਿਆ ਹੈ, ਇਹ ਦਰਅਸਲ ਨਵੇਂ ਲੈਂਡ ਐਕੁਜੀਸ਼ਨ ਐਕਟ ਵਰਗਾ ਹੀ ਨਹੀਂ ਹੈਗਾ ਜਿਹਨੂੰ ਕਾਂਗਰਸ ਖੁਦ ਹੀ ਹਰਾਇਆ ਸੀਗਾ। ਕਿ ਜਿਹੜੇ ਲੈਂਡ ਐਕੁਜੀਸ਼ਨ ਐਕਟ ਦੀ ਰਾਹੁਲ ਗਾਂਧੀ ਪ੍ਰੋੜਤਾ ਕਰਦੇ ਸੀ, ਕੀ ਇਹ ਉਹਦੇ ਹੀ ਖਿਲਾਫ ਨਹੀਂ? ਹਾਊ ਇਜ਼ ਰਾਹੁਲ ਗਾਂਧੀ ਅਲਾਉਇੰਗ ਦਿਸ? ਉਹ ਤਾਂ ਲੱਗਦਾ ਹੀ, ਮੈਨੂੰ ਨਹੀਂ ਲੱਗਦਾ ਰਾਹੁਲ ਗਾਂਧੀ ਅਲਾਉ ਦੇ ਉਹਨੂੰ ਪੁੱਛਿਆ ਨਹੀਂ ਪੁੱਛਿਆ। ਅਮਰਿੰਦਰ ਸਿੰਘ ਕਿੰਨਾ ਕੁ ਪੁੱਛਦਾ ਹੈ? ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਮੋਦੀ ਨੂੰ ਜ਼ਿਆਦਾ ਮਿਲਦੀ ਹੈ ਕਾਂਗਰਸ ਨਾਲ। ਅਮਰਿੰਦਰ ਸਿੰਘ ਦੇ ਵੀ ਤਾਂ ਕਾਂਗਰਸ ਵਿੱਚ ਸ਼ਰੀਕ ਹੋਣਗੇ ਜਿਹੜੇ ਚਿੱਠੀ ਲਿਖਣ ਰਾਹੁਲ ਗਾਂਧੀ ਨੂੰ ਵੀ ਭਾਈ ਤੁਹਾਡੀ ਪਾਰਟੀ ਜਿੱਤੇ ਖੜੀ ਹੈ ਉਹਦੇ ਅਗੇਂਸਟ ਹੈ। ਪੰਜਾਬ ਕੋਈ ਵੀ ਸੈਂਟਰਲ ਲੀਡਰਸ਼ਿਪ ਪੰਜਾਬ ਦੀ ਕੋਈ ਬੁੱਕਤ ਨਹੀਂ ਹੈ। ਔਰ ਅਕਾਲੀ ਦਲ ਦੀ ਦੇਖ ਲਓ, ਰਾਜੋਆਣਾ ਦੇ ਮਾਮਲੇ 'ਚ ਉਹਨਾਂ ਨੇ ਕੀ ਕਰਤਾ, ਬਾਰ-ਬਾਰ ਕੁਝ ਕਹਿੰਦੇ ਰਹੇ ਤੇ ਮੁੜ ਕੇ ਕੀ ਤੁਹਾਡੇ ਸਾਹਮਣੇ ਆ ਪਾਰਲੀਮੈਂਟ ਦੇ ਵਿੱਚ। ਇਸੇ ਤਰ੍ਹਾਂ ਪੰਜਾਬ ਦੀ ਦੇਖ ਲਓ, ਪੰਜਾਬ ਦੇ ਲੀਡਰਸ਼ਿਪ ਦੀ ਕੀ ਬੁੱਕਤ ਹੈ ਸਾਰੀ, ਉਹਦੇ 'ਚ ਕੋਈ ਜਾਓ ਨਾ ਜਾਓ ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਜਿਹੜੇ ਅਮਰਿੰਦਰ ਸਿੰਘ ਨਹੀਂ ਜਾਂਦੇ ਆ, 2 ਵਾਰ ਕਾਂਗਰਸ ਨੇ ਹੁਣੇ ਨਾਗਰਿਕ ਸੋਧ ਬਿੱਲ ਤੇ ਵੱਡੇ ਪ੍ਰਦਰਸ਼ਨ ਕੀਤੇ ਨੇ, ਬਾਕੀ ਚੀਫ ਮਿਨਿਸਟਰ ਬਣਾਏ ਨੇ, ਅਮਰਿੰਦਰ ਸਿੰਘ ਕਿਤੇ ਨਹੀਂ ਗਿਆ। ਬਾਗੀ ਸੀ ਮੈਂ ਔਰ ਉਸ ਮਾਮਲੇ ਦੇ ਵਿੱਚ ਗੱਲ ਕੁਐਸਚਨ ਉਹ ਨਹੀਂ ਹੈ ਇਕੱਲਾ। ਸਭ ਤੋਂ ਵੱਡਾ ਕੁਐਸਚਨ ਇਹ ਵੀ ਹੈ ਕਿ ਇਹ ਜਿਹੜਾ ਇਹਨੂੰ ਪੰਚਾਇਤ ਲੈਂਡ ਕਹਿਣਾ ਆਪਣੇ ਆਪ 'ਚ ਵੀ ਉਹਨਾਂ ਤੋਂ ਲੋਕਾਂ ਨੂੰ ਵਿਲੇਜ ਲੈਂਡ ਹੈ, ਇਹ ਵਿਲੇਜ ਕਾਮਨ ਲੈਂਡ ਹੈ, ਇਹ ਸਾਂਝੀ ਜ਼ਮੀਨ ਹੈ, ਇਹਨੂੰ ਵੇਚਣ ਦਾ ਕੁਐਸਚਨ ਹੀ ਨਹੀਂ ਹੈ। ਔਰ ਜੇ ਦੇਸ਼ ਦੇ ਵਿੱਚ ਇਹ ਅੰਦੋਲਨ ਉੱਠ ਰਹੇ ਨੇ ਬਾਕੀ, ਤਾਂ ਇਹਦਾ ਮਤਲਬ ਮੈਨੂੰ ਲੱਗਦਾ ਕਿ ਦੇਸ਼ ਦੇ ਵਿੱਚ ਗ੍ਰਾਮ ਸਭਾਵਾਂ ਦੇ ਅੰਦੋਲਨ ਵੀ ਉੱਠ ਰਹੇ ਨੇ। ਪੱਥਲਗੜੀ ਦਾ ਜਿਹੜਾ ਅੰਦੋਲਨ ਹੈ ਬਿਲਕੁਲ ਵਾਪਸ ਲੈਣਾ ਪਿਆ ਹੁਣ ਆ ਕੇ ਝਾਰਖੰਡ ਦੇ ਵਿੱਚ ਬੀਜੇਪੀ ਨੂੰ ਕੀ ਕਰਨਾ ਪਿਆ, ਉਹ 2 ਐਕਟ ਅਮੈਂਡ ਕਰ ਰਹੀ ਸੀ। ਬਿਲਕੁਲ, ਇੱਕ ਲੈਂਡ ਇਹਦੇ ਵਾਲਾ ਹੀ ਜਿਹੜਾ ਟ੍ਰਾਈਬਲ ਜਦਵਾਲਾ ਤੇ ਇੱਕ ਆ ਅਮੈਂਡ ਕੀਤਾ ਉਹਨਾਂ ਨੇ ਲੈਂਡ ਐਕੁਜੀਸ਼ਨ ਦਾ ਐਕਟ, ਔਰ ਦੋਨਾਂ ਦਾ 26,620 ਪਿੰਡਾਂ ਦੇ ਵਿੱਚ ਅਸਰ ਗਿਆ। ਵੈਸੇ ਚਾਹੇ ਉਹਨਾਂ ਦੀ ਆਬਾਦੀ 28% ਦੇ ਕਰੀਬ ਹੈ। ਇਸੇ ਤਰ੍ਹਾਂ ਜਦੋਂ ਕਿਸੇ ਦੀ ਤੁਸੀਂ ਜੜ ਨੂੰ ਹੀ ਪੈ ਜਾਂਦੇ, ਹੁਣ ਅੰਦੋਲਨ ਕਿਉਂ ਪੈਦਾ ਹੋ ਰਿਹਾ? ਤੁਸੀਂ ਜੇਕਰ ਇਹ ਦੇਖੋ ਤਾਂ ਬੱਚੇ ਕੀ ਕਹਿ ਰਹੇ ਨੇ, ਬੱਚੇ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ ਜੰਮੂ ਕਸ਼ਮੀਰ ਦਾ ਸਤਿਆਨਾਸ਼ ਕੀਤਾ, ਫਿਰ ਤੁਸੀਂ ਬਾਬਰੀ ਮਸਜਿਦ ਤੇ ਅਸੀਂ ਕੁਛ ਨਹੀਂ ਕਿਹਾ, ਹੁਣ ਤੁਹਾਡਾ ਰੂਟਲੈਸ ਕਰਨ ਲੱਗੇ ਹੋ ਤਾਂ ਇਦੋਂ ਬਿਨਾਂ ਹੁਣ ਅਸੀਂ ਜਾਵਾਂਗੇ ਕਿੱਥੇ? ਇਸੇ ਤਰ੍ਹਾਂ ਜੇ ਪਿੰਡ ਨੂੰ ਤੁਸੀਂ ਰੂਟਲੈਸ ਕਰਨ ਜਾ ਰਹੇ ਹੋ, ਪਿੰਡ ਦਾ ਸਾਰੀਆਂ ਜੜਾਂ ਹੀ ਉਖੇੜਨ ਜਾ ਰਹੇ ਹੋ, ਤਾਂ ਪਿੰਡ ਨੂੰ ਵੀ ਉੱਠਣਾ ਪੈਣਾ। ਪਿੰਡ ਤੋਂ ਬਿਨਾਂ ਉਦੋਂ ਬਿਨਾਂ ਕੋਈ ਚਾਰਾ ਨਹੀਂ। ਔਰ ਇਹਦੇ ਨਾਲ ਇੱਕੋ ਹੀ ਗੱਲ ਮੈਂ ਐਡ ਕਰਨਾ ਕਿ ਪਿੰਡਾਂ ਦੇ ਕੋਲ ਗ੍ਰਾਮ ਸਭਾਵਾਂ ਦਾ ਇੱਕ ਬੜਾ ਵੱਡਾ ਸੰਸਥਾ ਹੈ ਪੰਜਾਬ ਦੇ ਵਿੱਚ, ਜਿਹੜਾ ਉਹ ਜਾਲੀਪਣ ਹੋ ਰਿਹਾ ਉਹਨੂੰ ਰੋਕਣਾ ਪਏਗਾ, ਜਿਹਦੇ ਥਰੂ ਲੜਾਈ ਵਿੱਢੀ ਜਾ ਸਕਦੀ ਹੈ, ਜਿਹਦੇ ਥਰੂ ਵਿੱਢਣੀ ਚਾਹੀਦੀ ਹੈ। ਪਹਿਲਾਂ ਡੈਮੋਕ੍ਰੈਟਿਕ ਲੜਾਈ ਇਹ ਹੈ ਕਿ ਸਾਰੀਆਂ ਗ੍ਰਾਮ ਸਭਾਵਾਂ 20% ਅੰਗੂਠੇ ਲਾ ਕੇ ਆਪ ਬਣਾਉਣ, ਸਰਕਾਰੀ ਮਤਾ ਰੱਦ ਕਰਨ, ਸਰਕਾਰੀ ਕਾਨੂੰਨ ਦੇ ਖਿਲਾਫ ਇੱਕ ਆਵਾਜ਼ ਉਠਾਉਣ। ਉੱਤੇ ਬਾਅਦ ਇੱਕ ਬਾਕੀ ਦੇ ਜਿਹੜਾ ਹਮਲਾ ਹੋ ਰਿਹਾ ਨਾ ਲੋਕਾਂ ਦੇ ਉੱਤੇ, ਲੋਕੀ ਸਰਕਾਰਾਂ ਤੋਂ ਬਦਜ਼ਨ ਹੋ ਰਿਹਾ ਹੈ। ਔਰ ਇਹ ਨਿਰਾ ਇਹ ਗੱਲ ਨੇੜੇ ਨਹੀਂ ਰਹਿਣੀ, ਇੱਥੇ ਹਾਲਾਤ ਰਾਜੀਵਾਲ ਜੀ ਲੜ ਕੌਣ ਰਿਹਾ? ਜਿਸ ਵੇਲੇ ਅੰਗੂਠੇ ਲਾਤੇ 20% ਲੋਕਾਂ ਨੇ ਅੰਗੂਠੇ ਲਾਏ ਸੀਗੇ ਟੋਲੇਵਾਲ ਸੰਗਰੂਰ ਵਾਲੇ ਪਿੰਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਜੀ 500 ਰੁਪਇਆ ਪਰ ਏਕੜ ਤੇ 33 ਸਾਲਾਂ ਲਈ ਦੇ ਰਹੇ ਹਾਂ ਦਲਿਤ ਨੂੰ। ਉਹ ਨਹੀਂ ਮੰਨ, ਅੱਗੋਂ ਪੀਡੀਪੀ ਉਹ ਨਾ ਮੰਨੇ, ਪਰ ਇੱਕ ਐਗਜ਼ਾਮਪਲ ਤਾਂ ਸੈੱਟ ਕੀਤੀ ਨਾ ਜਿਸ ਵੇਲੇ ਲੋਕ ਇਕੱਠੇ ਹੋਏ ਲੜੇ। ਕੇਵਲ ਇੱਕੋ ਹੀ ਗੱਲ ਕਰਨਾ ਗ੍ਰਾਮ ਸਭਾ ਦੇ ਵਿੱਚ ਵੀ ਜੇ ਦੇਖਿਆ ਜਾਵੇ, ਮਤਲਬ ਕਬਾਇਲੀ ਇਲਾਕੇ 'ਚ ਉਹਦਾ ਹੋਰ ਉਹ ਆ, ਪਰ ਇੱਥੇ ਜਿਹੜੀ 1994 ਉੱਥੇ ਰੈਦਰ ਅਵੇਅਰਨੈਸ ਜ਼ਿਆਦਾ, ਸਾਰੇ ਪਰ ਮਤਲਬ ਖਤਮ ਕਰਤੇ। ਗ੍ਰਾਮ ਸਭਾ ਸੀ ਮੱਥਾ ਮਾਰ ਕੇ ਹੰਬ ਗਏ ਸਾਰੇ ਵਕੀਲਾਂ ਨਾਲ, ਸੁਪਰੀਮ ਕੋਰਟ 'ਚ, ਹਾਈ ਕੋਰਟ 'ਚ। ਉਹ ਮਤਲਬ ਪਿੰਡ 'ਚ ਇਕੱਠ ਕਰਕੇ ਇੱਕ ਮੋਬਿਲਾਈਜੇਸ਼ਨ ਕਰਨ ਲਈ ਤਾਂ ਠੀਕ ਆ, ਪਰ ਜਦੋਂ ਅਸੀਂ ਲੀਗਲੀ ਲੜਦੇ ਆ ਤਾਂ ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਉਹਦੀ ਬਹੁਤ ਵੈਲਿਊ ਹੈ, ਪਰ ਕਾਰਨ ਇੱਕ ਇਹ ਵੀ ਸਿੱਖਣਾ ਪਏਗਾ ਕਿ ਤੁਸੀਂ ਜਿੰਨਾ ਚੀਜ਼ ਕਰੋ ਕਾਨੂੰਨ 'ਚ ਹੈ, ਤਾਂ ਉਹੀ ਪਾ ਸਕਦੇ ਹੋ। 33 ਸਾਲ ਕਾਨੂੰਨ 'ਚ ਨਹੀਂ ਹੈ, 33 ਨਹੀਂ ਪਾ ਸਕਦੇ। ਉਹ ਇੱਕ ਸਿੰਬੋਲਿਕ ਰੈਜ਼ਿਸਟੈਂਸ ਹੈ, ਤੁਸੀਂ ਬਾਕੀ ਚੀਜ਼ਾਂ ਪਾ ਸਕਦੇ ਹੋ। ਸਿੰਬੋਲਿਕ ਰੈਜ਼ਿਸਟੈਂਸ ਸੀਗਾ। ਇਹ ਫੈਸਲਾ ਕੀਤਾ ਵੀ ਇਹ ਜ਼ਮੀਨ ਸਾਨੂੰ ਜਤਿੰਦਰ, ਇਹ ਲੜਾਈ ਆਏਗੀ ਕਿੱਥੋਂ? ਜੇ ਜਿਨ੍ਹਾਂ ਨੂੰ ਤੁਸੀਂ ਲੜਦੇ ਦੇਖਦੇ ਹੋ ਪ੍ਰਾਇਮਰਲੀ ਜਾਂ ਤੇ ਮਜ਼ਦੂਰ ਆਰਗੇਨਾਈਜੇਸ਼ਨਾਂ ਲੜ ਰਹੀਆਂ ਨੇ ਜਾਂ ਦਲਿਤ ਰਾਈਟਸ ਆਰਗੇਨਾਈਜੇਸ਼ਨਸ ਲੜ ਰਹੀਆਂ ਨੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਵਾਲੇ ਨੇ, ਜ਼ੋਰਾ ਸਿੰਘ ਨਸਰਾਲੀ ਵਾਲਿਆਂ ਦਾ ਇਹੀ ਨਾਮ ਹੈ, ਪੰਜਾਬ ਖੇਤ ਮਜ਼ਦੂਰ ਯੂਨੀਅਨ ਹੈ। ਫਿਰ ਉਹ ਹੈਗੀ ਹੈ ਦਿਹਾਤੀ ਮਜ਼ਦੂਰ ਸਭਾ ਹੈਗੀ ਹੈ, ਜਿਹੜੇ ਇਹ ਮੇਰੇ ਖਿਆਲ ਦੁਆਬਾ ਮਾਝਾ ਜ਼ਿਆਦਾ ਹੈਗੇ ਨੇ, ਗੁਰਨਾਮ ਸਿੰਘ ਵਗੈਰਾ ਜਿਹਦੇ ਚ ਹੈਗੇ ਨੇ। ਪਿੰਡੂ ਮਜ਼ਦੂਰ ਯੂਨੀਅਨ ਹੈ ਜਿਹੜੀ ਤਰਸੇਮ ਪੀਟਰ ਵਾਲੀ ਹੈ।
ਮਜ਼ਦੂਰ ਮੁਕਤੀ ਮੋਰਚਾ ਕਿਹੜੀ ਹੈ ਭਗਵੰਤ ਰਾਮ ਵਾਲੀ ਜਿਹੜੀ ਹੈ, ਬਿਲਕੁਲ ਬਿਲਕੁਲ। ਤੇ ਇਹੀ ਸਾਰੇ ਲੋਕ ਲੜ ਰਹੇ ਨੇ। ਕੋ ਸੰਜੀਵ ਮਿੰਟੂ ਵਾਲੀ ਜਿਹੜੀ ਆਰਗੇਨਾਈਜੇਸ਼ਨ ਹੈ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਇਹੀ ਲੋਕ ਲੜ ਰਹੇ ਨੇ। ਤੁਹਾਨੂੰ ਡੂ ਯੂ ਸੀ ਕਿ ਪੋਲੀਟੀਕਲ ਪਾਰਟੀਆਂ ਇਸ ਲੜਾਈ ਦੇ ਵਿੱਚ ਆਉਣਗੀਆਂ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਇਨੀਸ਼ੀਏਟਿਵ ਗਵਾ ਚੁੱਕੀਆਂ ਨੇ ਜਾਂ ਇਨੀਸ਼ੀਏਟਿਵ ਪਿਕਅਪ ਕਰਨਗੀਆਂ? ਨਹੀਂ, ਪੋਲੀਟੀਕਲ ਪਾਰਟੀਆਂ ਦਾ ਤਾਂ ਇਹਨਾਂ ਦਾ ਜੀ ਨਹੀਂ ਕੋਈ ਏਜੰਡਾ ਬਣਦਾ। ਦੇ ਹੈਵ ਟੂ ਸਰਵਾਈਵ ਨਾ, ਉਹਨਾਂ ਨੇ ਪੋਲਿਟਿਕਸ ਵਿੱਚ ਤਾਂ ਰਹਿਣਾ ਹੈ, ਉਹਨਾਂ ਨੇ ਲੀਡਰਸ਼ਿਪ ਪੋਜੀਸ਼ਨ ਕਿੱਦਾਂ ਲੈਣੀ ਹੈ? ਉਹਨਾਂ ਨੇ ਸਰਵਾਈਵ ਕਰਨਾ ਹੈ। ਜਿਹੜੀ ਨਿਰਾਸ਼ਾ ਹੈ ਉਹਦੇ ਚੋਂ ਤੁਸੀਂ ਕਾਂਗਰਸ ਤੋਂ ਹੋ ਜੋ ਨਾਰਾਜ਼ ਤੇ ਅਕਾਲੀ ਕਹਿਣਗੇ ਦੇਖੋ ਉਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਕਰਾਂਗੇ। ਆਮ ਆਦਮੀ ਪਾਰਟੀ ਕਹੇਗੀ ਤੁਸੀਂ ਵਾਰੀ ਸਿਸਟਮ ਖਤਮ ਹੋ ਰਿਹਾ, ਨਹੀਂ ਕੀਤਾ ਤੇ ਅਸੀਂ ਕਰਾਂਗੇ। ਬੱਚੇ ਆਗੇ ਨਾ ਉੜੇਲ ਕੇ ਸਾਰੀ ਸੜਕਾਂ ਦੇ ਉੱਤੇ ਦੇਸ਼ ਭਰ ਦੇ ਵਿੱਚ, ਇਹਦਾ ਮਤਲਬ ਵਾਰੀ ਸਿਸਟਮ ਖਤਮ ਹੈ। ਇਹਦਾ ਮਤਲਬ ਇਹ ਇੱਕ ਵਾਰੀ ਹੋਰ ਚੱਲ ਜਾਏਗਾ, 2 ਵਾਰੀ ਹੋਰ ਚੱਲ ਜਾਏਗਾ, ਕਿੱਦਾਂ ਚੱਲੇਗਾ? ਨਹੀਂ ਦੇਖੋ ਜੀ, ਇਹਦਾ ਮਤਲਬ ਇਹ ਹੈ ਵੀ ਸਿੱਧੀ ਅਸੀਂ ਉਸ ਸਥਿਤੀ ਤੇ ਆ ਗਏ ਹਾਂ ਜਿਸ ਸਥਿਤੀ ਤੇ ਸਾਨੂੰ ਸੜਕਾਂ ਤੇ ਆਏ ਬਿਨਾ ਸੰਘਰਸ਼ ਤੋਂ ਬਿਨਾ ਹੱਲ ਕੋਈ ਬਣਨਾ ਨਹੀਂ। ਤੇ ਜਿਹੜੀ ਨੌਜਵਾਨ ਪੀੜ੍ਹੀ ਹੈ, ਜੇ ਤੁਸੀਂ ਦਲਿਤਾਂ ਦੀ ਜ਼ਮੀਨਾਂ ਦਾ ਸੰਘਰਸ਼ ਵੀ ਦੇਖਣਾ ਹੋਵੇ, ਸਾਰੀ ਦੀ ਸਾਰੀ ਨੌਜਵਾਨ ਪੀੜ੍ਹੀ ਖੜੀ ਹੈ। ਇਹਨਾਂ ਜੋ ਬਹੁਤ ਸਾਰਾ ਸੈਕਸ਼ਨ ਹੈ ਜਿਹੜਾ ਯੂਨੀਵਰਸਿਟੀਆਂ ਕਾਲਜਾਂ 'ਚ ਵੀ ਪੜ੍ਹਨਾ ਆਉਂਦਾ ਹੈ, ਪਰ ਪੋਲੀਟੀਕਲ ਉਹੀ ਹੈ ਜਿਹੜਾ ਕਿਸੇ ਵੀ ਪਾਰਟੀ ਦੀ ਦੇਖ ਲਓ, ਲੋਕਾਂ ਦੇ ਇਸ਼ੂਜ਼ ਤੇ ਕਿਤੇ ਨਹੀਂ ਬਦਲ ਜਾਏਗੀ। ਫਿਰ ਪੋਲੀਟੀਕਲ ਲੀਡਰਸ਼ਿਪ ਫਿਰ ਉਲਟਾ ਦੇਣਗੇ ਲੋਕ। ਜੇ ਇਦਾਂ ਲੋਕ ਸੜਕਾਂ ਤੇ ਆਏ ਤਾਂ ਫਿਰ ਰੇਨ ਨਹੀਂ ਰਹੇਗੀ। ਨਹੀਂ ਤੇ ਉਹਨਾਂ ਨੂੰ ਇੱਕ ਦਿਨ ਦੇਖੋ, ਉਹਨਾਂ ਨੂੰ ਇੱਕ ਦਿਨ ਜਵਾਬ ਦੇਤਾ ਹੋਣਾ ਪੈਣਾ। ਪਹਿਲੀ ਗੱਲ ਇਹ ਹੈ, ਦੂਜੀ ਗੱਲ ਇਹ ਹੈ ਵੀ ਇਹ ਸਾਨੂੰ ਸਮਝਣਾ ਪੈਣਾ ਵੀ ਜਿਹੜੀਆਂ ਸਾਰੀਆਂ ਸਟਰਗਲਸ ਨੇ ਉਹਨਾਂ ਦੀ ਤੰਦ ਇੱਕ ਸਾਂਝੀ ਹੈ। ਇਹ ਉਹੀ ਸਰਕਾਰ ਹੈ ਜਿਹੜੀ ਪੰਚਾਇਤਾਂ ਤੋਂ ਜ਼ਮੀਨਾਂ ਜਾਂ ਲੋਕਾਂ ਤੋਂ ਜ਼ਮੀਨਾਂ ਜਾਂ ਪਿੰਡ ਤੋਂ ਜ਼ਮੀਨ ਖੋ ਰਹੀ ਹੈ। ਇਹ ਉਹੀ ਸਰਕਾਰ ਹੈ ਜਿਹੜੀ ਸਿਹਤ ਸਹੂਲਤਾਂ ਨਹੀਂ ਦੇ ਰਹੀ। ਇਹ ਉਹੀ ਸਰਕਾਰ ਹੈ ਜਿਹੜੀ ਸਿੱਖਿਆ ਨਹੀਂ ਦੇ ਰਹੀ। ਇਹ ਉਹੀ ਸਰਕਾਰ ਹੈ ਜਿਹੜੀ ਨੌਕਰੀਆਂ ਨਹੀਂ ਦੇ ਰਹੀ। ਇਹਦਾ ਮਤਲਬ ਇਹ ਹੈ ਵੀ ਇਹ ਸਰਕਾਰ ਦਾ ਉਹੀ ਨੇ ਜਿਹੜੇ ਇੰਡਸਟਰੀਅਲਿਸਟਾਂ ਨੂੰ ਬੁਲਾ ਕੇ ਸਬਮਿਟ ਕਰਦੇ ਨੇ। ਇਹ ਸਰਕਾਰ ਦਾ ਤੁਹਾਨੂੰ ਜ਼ਮੀਨਾਂ ਦੇ ਇਹ ਸਾਨੂੰ ਸਿਰਫ ਸਰਕਾਰ ਉੱਥੇ ਦਿਖਦੀ ਹੈ ਸਮੇਂ 'ਚ ਐਮਐਸਪੀ ਬੰਦ ਕਰ ਰਹੀ ਹੈ। ਰੈਪ ਇਟ ਅਪ ਫॉर ਮੀ ਆਲਸੋ। ਸਾਨੂੰ ਸਿਰਫ ਸਰਕਾਰ ਉੱਥੇ ਦਿਖਦੀ ਹੈ ਜਦੋਂ ਉਹਨਾਂ ਨੇ ਲਾਠੀਆਂ ਚਲਾਉਣੀਆਂ ਹੁੰਦੀਆਂ ਨੇ। ਸਾਨੂੰ ਹੋਰ ਕਿਤੇ ਸਰਕਾਰ ਨਹੀਂ ਦਿਖਦੀ। ਹਾਂ, ਲੋਕਾਂ ਨੂੰ ਤਾਂ ਸਰਕਾਰ ਉੱਥੇ ਹੀ ਮਿਲਦੀ ਹੈ, ਸੜਕ ਦੇ ਉੱਤੇ ਮਿਲ ਰਹੀ ਹੈ। ਬਿਲਕੁਲ। ਇਸ ਕਰਕੇ ਜਿਹੜੇ ਵੀ ਲੋਕ ਸੰਘਰਸ਼ਾਂ ਤੇ ਦੇ ਮੈਦਾਨ 'ਚ ਨੇ, ਪਿੜ 'ਚ ਨੇ, ਉਹਨਾਂ ਨੂੰ ਇੱਕ ਜਗ੍ਹਾ ਇਕੱਠੇ ਪਲੇਟਫਾਰਮ ਤੇ ਆਉਣਾ ਪੈਣਾ ਤੇ ਇੱਕ ਜਿਹੜਾ ਸਾਂਝਾ ਦੁਸ਼ਮਣ ਹੈ, ਇੱਕ ਜਿਹੜੀ ਸਾਂਝੀ ਧਿਰ ਹੈ ਜਿਹਦੇ ਖਿਲਾਫ ਉਹਨਾਂ ਨੇ ਲੜਾਈ ਲੜਨੀ ਹੈ, ਉਹ ਵਿਢਣੀ ਪੈਣੀ ਹੈ ਔਰ ਉਹਨੂੰ ਰਿਅਲਾਈਜ਼ ਕਰਨਾ ਪੈਣਾ ਔਰ ਇਹਨੂੰ ਸੰਘਰਸ਼ਾਂ ਨੂੰ ਹੋਰ ਵਾਈਡਨ, ਹੋਰ ਬ੍ਰੌਡਰ, ਹੋਰ ਤਿੱਖਾ ਕਰਨਾ ਪੈਣਾ। ਜਿਹੜੀ ਵੀ ਕੋਈ ਆਸ ਦੀ ਕਿਰਨ ਹੈ, ਪਿੱਛੇ ਮਨਜੀਤ ਧਨੇਰ ਵਾਲੀ ਜਿਹੜੀ ਇੱਕ ਸਟਰਗਲ ਦੇਖੀ ਹੈ ਜਿਹਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਮਤਲਬ ਸੁਪਰੀਮ ਕੋਰਟ ਵੀ ਇੱਕ ਫੈਸਲਾ ਦੇ ਕੇ ਬੈਠੀ ਹੈ ਤੇ ਉਹ ਫੈਸਲਾ ਉਲਟਾਣਾ ਪੈ ਜਾਂਦਾ ਕਿਉਂਕਿ ਲੋਕ ਇਕੱਠੇ ਹੋ ਜਾਂਦੇ ਨੇ। ਜਾਂ ਟੋਲੇਵਾਲ ਵਰਗੇ ਭਾਵੇਂ ਉਹ ਜੋ ਵੀ ਜਿਵੇਂ ਵੀ ਤੁਸੀਂ ਕੀਤਾ ਬਲ ਕਲਾਂ ਦੇ ਵਿੱਚ ਦੇਖੀ ਹੈ ਪਹਿਲਾਂ ਸਟਰਗਲ, ਜਿੱਥੇ ਵੀ ਸੰਗਰੂਰ ਮਲੇਰਕੋਟਲਾ ਵਗੈਰਾ ਸਟਰਗਲਸ ਦੇਖੀਆਂ ਨੇ, ਉੱਥੋਂ ਇੱਕ ਹੋਪ ਆਉਂਦੀ ਹੈ। ਤੇ ਜੇ ਉਹ ਵਾਈਡਨ ਹੋ ਜਾਂਦੀ ਹੈ ਤੇ ਫਿਰ ਇਹ ਕਾਨੂੰਨ ਹੋਵੇ ਜਾਂ ਜੇ ਉਹਨਾਂ ਸਾਰੀਆਂ ਲੜਾਈਆਂ ਨੂੰ ਇਕੱਠਿਆਂ ਲਿਆਂਦਾ ਜਾਵੇ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਿਹਤ ਸਿੱਖਿਆ ਦੀਆਂ ਸਾਰੀਆਂ ਲੜਾਈਆਂ ਨੂੰ, ਇਹ ਤਾਂ ਹੁਣ ਗੱਲ ਘਰ ਆ ਗਈ ਨਾ, ਇਹ ਤਾਂ ਹੁਣ ਸਾਡੀ ਜ਼ਮੀਨ ਹੀ ਲੈ ਰਹੇ ਨੇ। ਨਹੀਂ ਇਹ ਤਾਂ ਸਾਡਾ ਦਰਵਾਜ਼ਾ ਖੜਕਾਉਣ ਵਾਲਾ ਹੈ ਕੰਮ। ਇਹ ਪਿੰਡ ਦੀ ਹੋਂਦ ਦਾ ਸਵਾਲ ਹੈ। ਪਿੰਡ ਦੀ ਫੋਟੋ ਹੀ ਹੋਣੀ ਖੜਕਾਉਣ ਵਾਲਾ ਕੰਮ ਰਹਿ ਗਿਆ ਜੀ। ਜ਼ਮੀਨਾਂ ਦੀ ਗੱਲ ਜੇ ਗੱਲ ਗਿਵਿੰਗ ਯੂ ਲਾਸਟ ਵਰਡ ਜੀ। ਹਾਂ, ਤਾਂ ਬਹੁਤ ਸਾਰੀ ਜ਼ਮੀਨ ਹੈ ਜਿਹੜੀ ਮਤਲਬ ਜਿਹੜਾ ਸੀਲਿੰਗ ਐਕਟ ਦੀ ਆਪਾਂ ਗੱਲ ਕਰਦੇ ਹਾਂ, 17 ਏਕੜ ਜ਼ਮੀਨਾਂ ਬਹੁਤ ਸਾਰੀਆਂ, ਉਸ ਤੋਂ ਜ਼ਿਆਦਾ ਤੇ ਕਿਸੇ ਕੋਲ ਹੈ ਹੀ ਨਹੀਂ ਨਾ। ਇਹਨਾਂ ਦੇ ਮੰਤਰੀ ਦੱਬੀ ਬੈਠੇ ਨੇ। ਇੱਕ ਸਰਵੇ ਕੀਤਾ ਲੌਂਗੋਵਾਲ ਦੇ ਵਿੱਚ ਹੀ, ਇਹੋ ਜਿਹੇ ਮਤਲਬ ਉਹ ਬੈਠੇ ਨੇ ਆੜਤੀਏ ਨੇ ਜਿਹੜੇ ਤੇ 300 ਕਿੱਲਾ ਉਹਨਾਂ ਦੇ ਨਾਮ ਮਤਲਬ ਬੋਲਦਾਗਾ ਤੇ ਉਹਨਾਂ ਦਾ ਜਿਹੜਾ ਕਰਜ਼ਾ ਮਾਫੀ ਦੇ ਵਿੱਚ ਨਾਮ ਵੀ ਆ ਜਾਂਦਾ। ਤਾਂ ਨਹੀਂ ਕਿਸਾਨੀ ਜਿਹੜੀ ਵੀ ਜੇ ਤੁਸੀਂ ਮਤਲਬ ਸੀਲਿੰਗ ਐਕਟ ਲਾਗੂ ਕਰੋ, ਤੁਸੀਂ ਜ਼ਮੀਨਾਂ ਕਢਵਾਓ, ਜਿਹੜੀਆਂ ਇੰਨੇ ਜ਼ਮੀਨਾਂ ਦੱਬੀ ਬੈਠੇ ਨੇਗੇ, ਉਹ ਤਾਂ ਸਰਕਾਰ ਤੋਂ ਹੁੰਦਾ ਨਹੀਂ। ਸਗੋਂ ਜਿਹੜੇ ਲੋਕ ਅੱਜ ਇਸ ਜ਼ਮੀਨ ਤੇ ਆਪਣਾ ਪੇਟ ਪਾਲ ਰਹੇ ਨੇ ਉਹ ਜ਼ਮੀਨ ਖੋਣੀ ਹੈ। ਨਹੀਂ, ਸਰਕਾਰ ਨੂੰ ਤਾਂ ਇਹ ਸਾਡੇ ਡਿਬੇਟ ਤੋਂ ਵੈਸੇ ਬੜਾ ਫਾਇਦਾ ਹੋ ਜਾਣਾ ਚਾਹੀਦਾ। 2 ਲੱਖ ਕਰੋੜ ਦਾ ਕਰਜ਼ਾ ਤੇ 2 ਲੱਖ ਕਰੋੜ ਰੁਪਏ ਦੀ ਜ਼ਮੀਨ ਕੱਲੇ ਮੁਹਾਲੀ ਦੇ ਵਿੱਚ ਦੱਬੀ ਹੋਈ ਹੈ। ਸਰਕਾਰ ਇੱਥੋਂ ਬੁਲਾਵੇ ਤੇ ਮੁਹਾਲੀ ਮਤਲਬ ਵਾਰੇ ਨਿਆਰੇ ਕਰਾ ਦੇ, ਪਾਰ ਉਤਾਰਾ ਕਰਾਵੇ ਪੰਜਾਬ ਦਾ। ਮਹਿੰਗੀ ਜ਼ਮੀਨ ਹੈ। ਬਿਲਕੁਲ। ਤੁਸੀਂ ਤਾਂ ਉਹਦਾ ਕਰਜ਼ਾ, ਉਹਦਾ ਜਿਹੜਾ ਇੰਟਰਸਟ ਹੈ ਉਸ ਕਰਜ਼ੇ ਦਾ ਮੋੜਨ ਵਾਸਤੇ ਵੀ ਨਵਾਂ ਕਰਜ਼ਾ ਲੈਣੇ ਹੋ। ਬਿਲਕੁਲ। ਸੋ ਇੰਟਰਸਟ ਮੋੜਨ ਵਾਸਤੇ ਵੀ, ਵਿਆਜ ਮੋੜਨ ਵਾਸਤੇ ਵੀ ਤੁਹਾਨੂੰ ਨਵਾਂ ਕਰਜ਼ਾ ਲੈਣਾ ਪੈਂਦਾ। ਆਈ ਐਮ ਐਂਡਿੰਗ ਇਟ ਵਿਦਆਊਟ ਰੈਪਿੰਗ ਇਟ, ਸਿਰਫ ਇੰਨਾ ਕਹਿ ਕੇ ਕਿ ਭਾਈ ਤੁਹਾਡਾ ਪੰਜਾਬ ਹੈ ਤੇ ਇੱਕ ਤਾਂ ਹੁੰਦਾ ਮੈਟਾਫੋਰਿਕਲੀ ਪੰਜਾਬ ਜਾ ਰਿਹਾ, ਇਹ ਤਾਂ ਲਿਟਰਲੀ ਜਾ ਰਿਹਾ। ਫਿਰ ਉਹ ਜ਼ਮੀਨ ਵੀ ਤੁਹਾਡੀ ਲੈ ਰਹੇ ਨੇ। ਜੇ ਸਰਕਾਰ ਦੇ ਇਹ ਵੈਸੇ ਇੰਨੀ ਅੱਛੀ ਲੱਗਦੀ ਸਕੀਮ ਪੇ, ਦੇਖੋ ਪਿੰਡਾਂ ਵਾਲਿਆਂ ਨੂੰ ਬਹੁਤੀ ਸਮਝ ਨਹੀਂ ਹੁੰਦੀ ਜੀ। ਤੁਹਾਨੂੰ ਪਤਾ ਸਾਰੀ ਅਕਲ ਤਾਂ ਸਾਰੀ ਸ਼ਹਿਰ 'ਚ ਰਹਿੰਦੀ ਹੈ ਤੇ ਬੁੱਧੀਜੀਵੀਆਂ 'ਚ ਹੁੰਦੀ ਹੈ ਤੇ ਅਕਲ ਦਾ ਐਡਰੈਸ ਵੈਸੇ ਸੈਕਟਰੀਏਟ ਹੁੰਦਾ, ਉੱਥੋਂ ਸਾਰੀ ਅਕਲ ਆਉਂਦੀ ਹੈ। ਜੇ ਉਹਨਾਂ ਨੇ ਇੰਨੀ ਅੱਛੀ ਸਕੀਮ ਕੱਢੀ ਹੈ ਵੀ ਪਿੰਡ 'ਚ ਇੰਡਸਟਰੀ ਲੱਗ ਜਾਣੀ ਹੈ ਤੇ ਸਾਰਿਆਂ ਨੂੰ ਰੋਜ਼ਗਾਰ ਮਿਲ ਜਾਣੇ ਆ, ਤੇ ਅੱਜ ਤਾੜੀਆਂ ਮਾਰ ਕੇ ਸਰਕਾਰ ਨੂੰ ਚਿੱਠੀਆਂ ਲਿਖ ਕੇ ਤੁਸੀਂ ਵੀ ਬਾਹਰ ਸੜਕਾਂ ਤੇ ਆਓ, ਜਿੱਦਾਂ ਉਹ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਹੱਕ ਵਿੱਚ ਨਿਕਲ ਰਹੇ ਨੇ ਕੁਝ ਲੋਕ। ਤੇ ਜੇ ਤੁਹਾਨੂੰ ਲੱਗਦਾ ਇਹਦੇ ਨਾਲ ਪੰਜਾਬ ਨੂੰ ਖਤਰਾ ਹੈ ਤਾਂ ਵੀ ਭਾਈ ਸੜਕਾਂ ਤੇ ਆਓ, ਫਿਰ ਦੂਜੇ ਪਾਸੇ ਖੜਾ ਹੋਣਾ ਪਏਗਾ। ਤੇ ਡਿਬੇਟ ਖਤਮ ਕਰਨ ਤੋਂ ਪਹਿਲਾਂ ਸਿਰਫ ਇੰਨਾ ਹੀ ਕਹਿਣਾ ਬਾਕੀ ਬਚਿਆ ਹੈ ਕਿ ਕਸ਼ਮੀਰ ਨੂੰ ਨਾਰਮਲ ਹੋਇਆ ਅੱਜ 153 ਦਿਨ ਹੋ ਗਏ ਨੇ। ਇਹਦਾ ਡਿਬੇਟ ਨਾਲ ਵੈਸੇ ਕੋਈ ਸੰਬੰਧ ਨਹੀਂ, ਪਰ ਇਹ ਕਹੇ ਬਿਨਾ ਮੇਰੇ ਤੋਂ ਇਹ ਡਿਬੇਟ ਖਤਮ ਹੀ ਨਹੀਂ ਸੀ ਕੀਤਾ ਜਾਣਾ। ਅੱਜ ਲਈ ਇੰਨਾ ਹੀ। ਧੰਨਵਾਦ। ਤੇਰਾ ਰੱਬ ਰੱਖਾ।